ਤਾਂ ਫਿਰ ਜਾਣਕਾਰੀ ਜਿਹੜੀ ਹੈ ਸੁਭਾਵਿਕ ਤੌਰ ਤੇ ਸੀਐਮ ਦੇ ਕੋਲ ਪਹੁੰਚਣੀ ਜ਼ਰੂਰੀ ਹੈ। ਤਾਂ ਉਸੇ ਲਿਹਾਜ਼ ਦੇ ਨਾਲ ਇਹ ਮੀਟਿੰਗ ਹੋਈ ਹੈ, ਵੱਡੀ ਬੈਠਕ ਇਸ ਨੂੰ ਮੰਨਿਆ ਜਾ ਰਿਹਾ ਔਰ ਖਾਸ ਤੌਰ ਤੇ ਦੱਸਿਆ ਗਿਆ ਸਾਰਾ ਕਹਿ ਸਕਦੇ ਆ ਇਹ ਜਾਣਕਾਰੀ ਜਿਹੜੀ ਹੈ ਸੀਐਮ ਤੱਕ ਪਹੁੰਚਾਈ ਗਈ ਹੈ ਕਿ ਆਖਰਕਾਰ ਕਿਵੇਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਕਹਿ ਲਈਏ ਸਾਰੀ ਕਾਰਵਾਈ ਨੂੰ ਮਾਫ ਕਰਿਓ, ਸਾਰੀ ਕਾਰਵਾਈ ਨੂੰ ਕਿਵੇਂ इस जी है उस सिरे चढ़ी है। और यह भी जिक्र करते हुए नजर आए ने कि गैंगस्टर जेकर दीपक मुंडी का असीं जिक्र करते हैं शार्प शूटर तो उसकी भाल की जा रही है। इस तो इलावा एक होर कह सकते हैं उन्होंने लोगों को हुण चिंता करने की लोड़ होएगी जिहड़े गैंगस्टर ने या फिर नशे के सौदागर ने, क्योंकि यह भी डीजीपी गौरव यादव साफ कर चुके हैं। तो वड्डी कार्रवाई आने वाले दिनों के विच हो सकती है जिहड़े कि इस तरह के नाल कार्रवाई कर रहे हैं, कह लईए कि अजिहियां वारदातां नूं अंजाम दे रहे हैं या फिर नशा वड्डे पद्धर ते सप्लाई किया जा रहा है। तो लगातार जी जानकारी है ਵੱਖ-ਵੱਖ ਥਾਵਾਂ ਤੋਂ पहुंचा रही है साडी टीम। पंकज कपाही ने मेरे सहयोगी पंकज की कुछ जानकारी है, ओवर टू यू। देखो इस वे डीजीपी ने पूरा ब्रीफ किया है कि किस तरीके दे नाल गैंगस्टर चल रहे हैं, किस तरीके दे नाल कैटागरी ऐलान की गई। और कल जिहड़ा वै बकायदा तौर पर एनकाउंटर हुंदा है, एनकाउंटर दे विच मानसा दी पुलिस नूं लीड मिली सी, मानसा पुलिस नूं लीड मिली सी और उस तो बाद पता लगा कि ये दोवें गैंगस्टर जिहड़े ने अमृतसर के आस पास जा रहे हैं। और इस वे SSP मानसा न्यूज़ 18 ते जुड़नगे, उन्हां दे नाल गलबात करांगे कि SSP मानसा इस पूरे मामले दे विच की कुछ कहिंदे, क्योंकि 3 पुलिस मुलाजम भी जिहड़े ने ਉਹ ਫੱਟੜ ਹੋਏ ਸੀਗੇ। ਕੱਲ ਦੇ ਐਨਕਾਊਂਟਰ ਦੇ ਵਿੱਚ 3 ਪੁਲਿਸ ਮੁਲਾਜ਼ਮ ਫੱਟੜ ਹੋਏ ਸੀ। ਐਸਐਸਪੀ ਮਾਨਸਾ ਮੇਰੇ ਨਾਲ ਨੇ। ਗੁਰੂ ਸਾਹਿਬ ਲਗਾਤਾਰ ਇਨਵੈਸਟੀਗੇਸ਼ਨ ਚੱਲ ਰਹੀ ਸੀ, ਦਿਨ ਰਾਤ ਤੁਸੀਂ ਲੱਗੇ ਹੋਏ ਸੀ। ਕਹਿੰਦੇ ਕੱਲ ਦੇ ਐਨਕਾਊਂਟਰ 'ਚ ਲੀਡ ਤੁਹਾਡੇ ਕੋਲ ਸੀ, ਪਰਸੋਂ ਪਤਾ ਲੱਗ ਗਿਆ ਸੀਗਾ ਕਿ ਇਹ ਗੈਂਗਸਟਰ ਅੰਮ੍ਰਿਤਸਰ ਦੇ ਆਸ-ਪਾਸ ਜਿਹੜੇ ਉਹ ਘੁੰਮ ਰਹੇ ਨੇ। ਨਹੀਂ ਬਿਲਕੁਲ ਪਹਿਲੇ ਦਿਨ ਤੋਂ ਹੀ ਜਿਹੜੀ ਮਾਨਸਾ ਪੁਲਿਸ AGTF ਅਤੇ ਪੂਰੀ ਪੰਜਾਬ ਪੁਲਿਸ ਦੇ ਵੱਖ-ਵੱਖ ਯੂਨਿਟਸ ਇਕੱਠੇ ਹੀ ਕੰਮ ਕਰ ਰਹੇ ਸੀ, ਇਨਫੋਰਮੇਸ਼ਨ ਸ਼ੇਅਰਿੰਗ ਕਰ ਰਹੇ ਸੀ ਤੇ ਕਾਫੀ ਸਮੇਂ ਤੋਂ ਅਸੀਂ ਇਹ ਸਾਡਾ ਆਪਰੇਸ਼ਨ ਚੱਲ ਰਿਹਾ ਸੀਗਾ। ਤੇ ਕੱਲ ਇੱਕ ਸਾਡੇ ਕੋਲ ਡੈਫੀਨੇਟ ਜਿਹੜੀ ਲੀਡ ਆ ਗਈ ਸੀ ਕਿ ਅਸੀਂ ਪਿਨ ਪੁਆਇੰਟ ਕਰ ਸਕੀਏ ਕਿ ਇਹ ਜਿਹੜੇ ਬੰਦੇ ਇੱਥੇ ਸੀਗੇ। ਐਂਡ ਜਦੋਂ ਅਸੀਂ ਉਧਰ ਪਹੁੰਚੇ, ਜਿਹੜੀ ਮਾਨਸਾ ਪੁਲਿਸ ਦੀ ਟੀਮ ਵੀ ਪਹੁੰਚੀ, AGTF ਦੀ ਟੀਮ ਵੀ ਪਹੁੰਚੀ, ਇਮੀਡੀਏਟਲੀ ਉਹਨਾਂ ਵੱਲੋਂ ਜਿਹੜੀ ਫਾਇਰਿੰਗ ਕਰ ਦਿੱਤੀ ਗਈ, ਜਿਹਦੇ ਵਿੱਚ ਸਾਡੇ 3 ਜਿਹੜੇ ਪੁਲਿਸ ਮੁਲਾਜ਼ਮ ਜ਼ਖਮੀ ਵੀ ਹੋਏ ਆ। ਉਹਦੀ ਫਿਰ ਜਵਾਬੀ ਫਾਇਰਿੰਗ ਦੇ ਵਿੱਚ ਜਿਹੜੇ 2 ਸ਼ੂਟਰ ਸੀਗੇ ਜਿਹੜੇ ਕਿ ਵਾਂਟਡ ਸਾਨੂੰ ਸੀਗੇ, ਜਗਰੂਪ ਰੂਪਾ ਤੇ ਮਨੂ ਕੋਸਾ, ਉਹਨਾਂ ਦੀ ਡੈਥ ਹੋਈ ਹੈ। ਇਸ ਵੇਲੇ ਸਭ ਤੋਂ ਵੱਡਾ ਸਵਾਲ ਹੈ ਕਿ 6ਵਾਂ ਜਿਹੜਾ ਸ਼ੂਟਰ ਹੈ ਉਹ ਕਿੱਥੇ ਹੈ ਔਰ ਉਸ ਨੂੰ ਲੈ ਕੇ ਕੋਈ ਲੀਡ ਮਿਲੀ ਹੈ ਕਿ ਪੁਲਿਸ ਉਸ ਦੇ ਮਗਰ ਲੱਗੀ ਹੋਈ ਹੈ? ਨਹੀਂ ਬਿਲਕੁਲ, ਤਫਤੀਸ਼ ਦੇ ਦੌਰਾਨ ਸਾਡੇ ਕੋਲ ਬੜੀ ਮਹੱਤਵਪੂਰਨ ਜਿਹੜੀ ਲੀਡਸ ਆਈਆਂ ਤੇ ਹੁਣ ਟੋਟਲ 6 ਸ਼ੂਟਰ ਸੀ, ਹੁਣ ਇੱਕ ਸ਼ੂਟਰ ਹੀ ਇਕੱਲਾ ਜਿਹੜਾ ਰਹਿ ਗਿਆ ਹੈਗਾ ਜਿਹਦਾ ਨਾਮ ਦੀਪਕ ਮੁੰਡੀ ਹੈਗਾ। ਉਹਦੇ ਬਾਰੇ ਵੀ ਸਾਡੇ ਕੋਲ ਡੈਫੀਨੇਟ ਲੀਡਸ ਹੈਗੀਆਂ। ਅਸੀਂ ਬਹੁਤ ਹੀ ਹੋਪਫੁਲ ਹੈਗੇ ਕਿ ਬਹੁਤ ਛੇਤੀ ਉਹਨੂੰ ਅਸੀਂ ਕਾਬੂ ਕਰ ਲਾਂਗੇ। ਇੱਕ ਲਗਾਤਾਰ ਇਹ ਸਵਾਲ ਉੱਠ ਰਹੇ ਕਿ ਜਿਹੜੇ ਵੈਪਨ ਦੇ ਇਸਤੇਮਾਲ ਹੋਏ, AK-47 ਦਾ ਜ਼ਿਕਰ ਹੁੰਦਾ, ਕੱਲ ਵੀ ਇੱਕ AK-47 ਮਿਲਦੀ, DGP ਸਾਹਿਬ ਨਾਲ ਵੀ ਗੱਲਬਾਤ ਹੋ ਰਹੀ ਸੀ, ਕਹਿੰਦੇ ਕਿ ਜਾਂਚ ਕੀਤੀ ਜਾਏਗੀ ਕਿ ਕੀ ਵਾਕਈ ਉਹੀ AK-47 ਹੈ ਜਿਹੜੀ ਸਿੱਧੂ ਮੂਸੇਵਾਲਾ ਦੇ ਕਤਲ ਦੇ ਵਿੱਚ ਇਸਤੇਮਾਲ ਹੋਈ ਹੈ। ਬਿਲਕੁਲ ਬਿਲਕੁਲ, ਇਹਦੀ ਅਸੀਂ ਫੋਰੈਂਸਿਕ ਐਗਜ਼ਾਮੀਨੇਸ਼ਨ ਕਰਾਵਾਂਗੇ ਤੇ ਉਸ ਤੋਂ ਬਾਅਦ ਹੀ ਅਸੀਂ ਤੁਹਾਨੂੰ ਸਪਸ਼ਟ ਜਵਾਬ ਦੇ ਪਾਵਾਂਗੇ। ਲਾਰੈਂਸ ਬਿਸ਼ਨੋਈ ਤੋਂ ਲਗਾਤਾਰ ਪੁੱਛਗਿੱਛ ਹੋ ਰਹੀ ਹੈ, ਲਗਾਤਾਰ ਥ੍ਰੈਟ ਵੀ ਆ ਰਹੇ, ਕਈ ਪੁਲਿਸ ਮੁਲਾਜ਼ਮਾਂ ਨੂੰ ਵੀ ਥ੍ਰੈਟ ਆਏ ਸੀਗੇ। ਲਾਰੈਂਸ ਨੇ ਹੁਣ ਤੱਕ ਕੀ ਕੁਝ ਜਾਣਕਾਰੀ ਜਿਹੜੀ ਉਹ ਦਿੱਤੀ ਹੈ? ਨਹੀਂ, ਲਾਰੈਂਸ ਨੇ ਬਹੁਤ ਹੀ ਅਹਿਮ ਜਿਹੜੀਆਂ ਜਾਣਕਾਰੀਆਂ ਪੁਲਿਸ ਨੂੰ ਜਿਹੜੀ ਮੁਹੱਈਆ ਕਰਾਈਆਂ ਹਨ ਤੇ ਉਹ ਤਫਤੀਸ਼ ਦਾ ਪਾਰਟ ਹੈ ਜਿਹੜਾ ਇਸ ਅਸੀਂ ਵਕਤ ਤੁਹਾਨੂੰ ਨਾਲ ਸ਼ੇਅਰ ਨਹੀਂ ਕਰ ਪਾਵਾਂਗੇ। ਗੋਲਡੀ ਬਰਾੜ ਨੂੰ ਲੈ ਕੇ ਰੈੱਡ ਕੋਰਨਰ ਨੋਟਿਸ ਜਾਰੀ ਹੋਇਆ ਹੋਇਆ ਹੈ। ਗੋਲਡੀ ਬਰਾੜ ਨੂੰ ਗ੍ਰਿਫਤਾਰ ਕੀਤਾ ਜਾ ਸਕਦਾ, ਲਿਆਂਦਾ ਜਾ ਸਕਦਾ ਇੱਥੇ ਦੂਸਰੇ ਮੁਲਕ ਦੀ ਪੁਲਿਸ ਦੇ ਨਾਲ ਗੱਲਬਾਤ ਕਰਕੇ, ਕਿਉਂਕਿ ਗੋਲਡੀ ਬਰਾੜ ਇੰਟਰਵਿਊ ਵੀ ਦਿੰਦਾ ਹੈ। ਗੋਲਡੀ ਬਰਾੜ ਕਹਿੰਦਾ ਹੈ ਕਿ ਮੈਂ ਕਤਲ ਕੀਤਾ। ਨਹੀਂ ਬਿਲਕੁਲ, ਇਹਦੇ ਵਿੱਚ ਮਲਟੀਪਲ ਏਜੰਸੀਜ਼ ਇਨਵੋਲਡ ਹੈਗੀਆਂ, ਇਹਦੇ ਵਿੱਚ ਦੂਜੇ ਦੇਸ਼ ਦੀ ਸਰਕਾਰਾਂ ਵੀ ਜਿਹੜੇ ਇਨਵੋਲਡ ਹੈਗੀਆਂ, ਗਵਰਨਮੈਂਟ ਹੈਗੀਆਂ ਤੇ ਸਾਰਾ ਜਿਹੜਾ ਕਾਨੂੰਨੀ ਪ੍ਰਕਿਰਿਆ ਹੈਗੇ ਉਹਦੇ ਵਿੱਚ ਪ੍ਰੋਪਰ ਜਿਹੜੇ ਯਤਨ ਕਰਕੇ ਐਫਰਟਸ ਕਰਕੇ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਿ ਉਹਨੂੰ ਅਸੀਂ ਵਾਪਸ ਇੱਥੇ ਲਿਆ ਕੇ ਜਿਹੜੀ ਸਜ਼ਾ ਕਰਾ ਸਕੀਏ। ਇੱਕ ਸਿਰਸਾ ਨਾਮ ਦਾ ਜਿਹੜਾ ਗ੍ਰਿਫਤਾਰੀ ਹੋਈ ਹੈ ਉਸ ਤੋਂ ਪੁੱਛਗਿੱਛ ਉਹ ਕਹਿੰਦੇ ਕਿ ਇਸ ਨੇ 2 ਕਰੋੜ ਦੀ ਆਫਰ ਦਿੱਤੀ ਸੀ ਕਿ ਸਿੱਧੂ ਮੂਸੇਵਾਲੇ ਦਾ ਕਤਲ ਕਰ ਦਿਓ, ਲੇਕਿਨ ਬਾਅਦ ਵਿੱਚ ਫੋਨ ਵੀ ਨਹੀਂ ਚੁੱਕਿਆ। ਉਸ ਵੇਲੇ ਕਹਿ ਦਿੱਤਾ ਸੀ ਕਿ ਹਰਿਆਣੇ 'ਚ ਤੇਰਾ ਪੂਰਾ ਨਾਮ ਹੋਏਗਾ। ਇਸ ਤਰੀਕੇ ਦੀ ਵੀ ਜਿਹੜੀ ਉਹਨੇ ਜਾਣਕਾਰੀ ਦਿੱਤੀ ਹੈ। ਨਹੀਂ ਬਿਲਕੁਲ, ਇਟ ਇਜ਼ ਅ ਮੈਟਰ ਆਫ ਇਨਵੈਸਟੀਗੇਸ਼ਨ। ਅਜੇ ਮੈਂ ਇਹਨੂੰ ਜਿਹੜਾ ਸਪਸ਼ਟ ਤੁਹਾਨੂੰ ਨਹੀਂ ਦੱਸ ਪਾਵਾਂਗਾ। ਸਿੱਧੂ ਦੇ ਫਾਦਰ ਕਹਿ ਰਹੇ, ਕਹਿੰਦੇ ਕਿ ਕਤਲ ਹੋਇਆ, ਕਤਲ ਤੋਂ ਬਾਅਦ ਐਨਕਾਊਂਟਰ ਹੋਇਆ, ਲੇਕਿਨ ਇਹ ਸ਼ੁਰੂਆਤ ਹੈ, ਅਜੇ ਇਨਸਾਫ ਮਿਲਣਾ ਜਿਹੜਾ ਉਹ ਬਾਕੀ ਹੈ। ਨਹੀਂ ਬਿਲਕੁਲ, ਇਨਸਾਫ ਤਾਂ ਜਿਹੜਾ ਹੈਗਾ ਜੀ ਉਹ ਕਾਨੂੰਨੀ ਪ੍ਰਕਿਰਿਆ ਦੇ ਹਿਸਾਬ ਹੀ ਮਿਲੂਗਾ। ਬਾਕੀ ਜਿਹੜੀ ਪੰਜਾਬ ਸਰਕਾਰ ਜਿਹੜੀ ਮਾਨਯੋਗ CM ਸਾਹਿਬ ਦੀ ਹਦਾਇਤਾਂ ਅਨੁਸਾਰ
ਵਚਨਬੰਦ ਹੈਗੀ ਹੈ ਕਿ ਜਿਹੜਾ ਗੈਂਗਸਟਰਾਂ ਦੇ ਉੱਤੇ ਜ਼ੀਰੋ ਟੋਲਰੈਂਸ ਪਾਲਿਸੀ ਹੈ, ਕਿਸੇ ਨੂੰ ਵੀ ਅਸੀਂ ਨਹੀਂ ਬਖਸ਼ਾਂਗੇ। 2 ਮੋਬਾਈਲ ਵੀ ਕੱਲ ਬਰਾਮਦ ਹੋਏ, ਲਗਾਤਾਰ ਉਹ WhatsApp ਦੇ ਜ਼ਰੀਏ ਗੱਲਬਾਤ ਕਰ ਰਹੇ ਸੀ ਕਿ ਇਹ ਗੋਲਡੀ ਬਰਾੜ ਦੇ ਸੰਪਰਕ ਦੇ ਵਿੱਚ ਸੀ, ਲਾਰੈਂਸ ਦੇ ਕਿਸੇ ਗੁਰਗੇ ਦੇ ਸੰਪਰਕ ਦੇ ਵਿੱਚ ਸੀਗੇ। ਇਹ ਫੋਰੈਂਸਿਕ ਐਗਜ਼ਾਮੀਨੇਸ਼ਨ ਤੋਂ ਬਾਅਦ ਹੀ ਅਸੀਂ ਕਲੀਅਰ ਕਰ ਪਾਵਾਂਗੇ। ਕਿਉਂਕਿ ਪਾਕਿਸਤਾਨ ਦੇ ਬਿਲਕੁਲ ਕੁਝ ਹੀ ਕਿਲੋਮੀਟਰ ਪਾਕਿਸਤਾਨ ਦੀ ਸਰਹੱਦ ਸੀਗੀ ਕਿ ਇਹ ਪਾਕਿਸਤਾਨ ਵਾਲੇ ਪਾਸੇ ਜਾਣਾ ਚਾਹ ਰਹੇ ਸੀਗੇ। ਕੀ ਇਹ ਰਿੰਦਾ ਦੇ ਨਾਲ ਸੰਪਰਕ ਵਿੱਚ ਸੀਗੇ ਕਿ ਰਿੰਦਾ ਹਥਿਆਰ ਮੁਹੱਈਆ ਕਰਵਾ ਰਿਹਾ ਇਹਨਾਂ ਨੂੰ, ਕੀ ਕੁਝ ਸੀਗਾ? ਹਜੇ ਇਨਵੈਸਟੀਗੇਸ਼ਨ ਦਾ ਪਾਰਟ ਹੈ, ਅਸੀਂ ਨਹੀਂ ਦੱਸ ਪਾਵਾਂਗੇ। ਹੁਣ ਕੀ ਲੱਗਦਾ ਹੈ ਕਿ ਗੈਂਗਸਟਰਾਂ ਨੂੰ ਲੈ ਕੇ, ਕਿਉਂਕਿ ਲਗਾਤਾਰ ਇਹ ਚਰਚਾ ਹੈ ਕਿ ਵਿੱਕੀ ਮਿੱਡੂ ਖੋੜਾ ਦਾ ਕਤਲ ਤੋਂ ਬਾਅਦ ਸਿੱਧੂ ਦਾ ਕਤਲ ਹੁੰਦਾ ਹੈ, ਚਰਚਾ ਇਹ ਵੀ ਚੱਲਦੀ ਹੈ ਕਿ ਪੈਸੇ ਮੰਗਦੇ ਨੇ, ਪੈਸੇ ਦੀ ਵਜ੍ਹਾ ਕਰਕੇ ਵੀ ਕਤਲ ਹੋਇਆ। ਕੀ ਹੁਣ ਤੱਕ ਤਫਤੀਸ਼ 'ਚ ਪਤਾ ਲੱਗਾ? ਹੁਣ ਤੱਕ ਦੀ ਤਫਤੀਸ਼ ਜਿਹੜਾ ਪਹਿਲਾਂ ਅਸੀਂ ਸਭ ਤੋਂ ਪਹਿਲਾਂ ਪ੍ਰੈਸ ਕਾਨਫਰੰਸ ਦੱਸਿਆ ਸੀ, ਵਿੱਕੀ ਮਿੱਡੂ ਖੇੜਾ ਮਰਡਰ ਕੇਸ ਤੋਂ ਬਾਅਦ ਹੀ ਜਿਹੜਾ ਇਹ ਮੋਡਿਊਲ ਜਿਹੜਾ ਸ਼ੁਰੂ ਹੋਇਆ ਸੀ, ਜਿਹਦੇ ਵਿੱਚ ਜਿਹੜੀ ਇਹਦੀ ਜਿਹੜੀ ਪ੍ਰੋਗਰੈਸ਼ਨ ਇੱਕਦਮ ਹੀ ਵੱਧ ਗਈ ਸੀ ਕਿ ਅਸੀਂ ਇਮੀਡੀਏਟਲੀ ਜਿਹੜੀ ਇਹ ਕਾਰਵਾਈ ਕਰਨੀ ਹੈਗੀ ਹੈ, ਤੇ ਉਹੀ ਹਜੇ ਤੱਕ ਜਿਹੜਾ ਮੇਨ ਜਿਹੜਾ ਮੋਟਿਵ ਨਿਕਲ ਕੇ ਆ ਰਿਹਾ ਹੈ। ਕਿਉਂਕਿ ਇਹ ਤਾਂ 6 ਸ਼ੂਟਰ ਨੇ, ਇਸ ਤੋਂ ਇਲਾਵਾ ਜਿਹੜੇ ਲਾਰੈਂਸ ਦੇ, ਗੋਲਡੀ ਬਰਾੜ ਦੇ ਗੁਰਗੇ ਪੂਰੇ ਪੰਜਾਬ 'ਚ ਨੇ, ਹਰਿਆਣੇ ਦੇ ਵਿੱਚ ਨੇ, ਦਿੱਲੀ ਦੇ ਵਿੱਚ ਨੇ, ਰਾਜਸਥਾਨ ਦੇ ਵਿੱਚ ਨੇ। ਕੀ ਪੁਲਿਸ ਉਹਨਾਂ ਦੀ ਵੀ ਭਾਲ ਕਰ ਰਹੀ ਹੈ, ਉਹਨਾਂ ਤੇ ਵੀ ਨਜ਼ਰ ਰੱਖੀ ਹੋਈ ਹੈ ਤਾਂ ਕਿ ਸਿੱਧੂ ਵਰਗੀ ਪੋਜੀਸ਼ਨ ਕਿਤੇ ਹੋਰ ਨਾ ਹੋਵੇ? ਬਿਲਕੁਲ, ਮਾਨਯੋਗ ਸੀਐਮ ਸਾਹਿਬ ਨੇ ਜਿਹੜੀ ਐਂਟੀ ਗੈਂਗਸਟਰ ਟਾਸਕ ਫੋਰਸ ਬਣਾਈ ਹੈਗੀ ਹੈ ਪੰਜਾਬ ਪੱਧਰ ਤੇ, ਉਹਦਾ ਸਿਰਫ ਕੰਮ ਇਹੀ ਹੈਗੀ ਕਿ ਸਾਰੇ ਜਿਹੜੇ ਗੈਂਗਸਟਰਸ ਹੈਗੇ ਆ, ਜਿਹੜਾ ਇਹ ਗੈਂਗਸਟਰ ਗਰੁੱਪਸ ਹੈਗੇ ਆ, ਇਹਨਾਂ ਦੇ ਜਿਹੜੇ ਬੰਦੇ ਹੈਗੇ ਉਹਨਾਂ ਤੇ ਇੱਕ ਮੈਨ ਟੂ ਮੈਨ ਜਿਹੜੀ ਮਾਰਕਿੰਗ ਕੀਤੀ ਜਾਵੇ, ਉਹਨਾਂ ਦੀ ਗਤੀਵਿਧੀਆਂ ਤੇ ਜਿਹੜਾ ਅਸੀਂ ਚੈੱਕ ਰੱਖੀਏ ਤਾਂ ਜੋ ਕੋਈ ਵੀ ਅਨਸੁਖਾਵੀ ਘਟਨਾ ਨਾ ਵਾਪਰੇ। ਹੁਣ ਇਨਵੈਸਟੀਗੇਸ਼ਨ ਕਿੱਥੋਂ ਤੱਕ ਪਹੁੰਚੀ ਹੈ? ਕੀ ਐਂਗਲ ਦਿਖ ਰਿਹਾ ਹੈ? ਕੀ ਹਥਿਆਰ ਕਿੱਥੋਂ ਆਏ ਸੀ ਜਾਂ ਕੀ ਐਂਗਲ ਹੈ ਇਸ ਵੇਲੇ? ਇਨਵੈਸਟੀਗੇਸ਼ਨ ਸ਼ੁਰੂ ਤੋਂ ਲੈ ਕੇ ਐਂਡ ਤੱਕ ਕਿੱਥੇ ਤੱਕ ਪਹੁੰਚੀ ਹੈ? ਨਹੀਂ, ਬਿਲਕੁਲ ਇਨਵੈਸਟੀਗੇਸ਼ਨ ਬਿਲਕੁਲ ਹੀ ਜਿਹੜੇ ਬਿਲਕੁਲ ਤਰਤੀਬਵਾਰ ਚੱਲ ਰਹੀ ਹੈਗੀ ਹੈ, ਤੇ ਅਗਲੇ ਮਹੀਨੇ ਜਿਹੜਾ ਇਹਦਾ ਚਲਾਨ ਅਸੀਂ ਆਨਰੇਬਲ ਕੋਰਟ ਦੇ ਵਿੱਚ ਪੇਸ਼ ਕਰਾਂਗੇ। ਤੇ ਮੈਂ ਇਸ ਸਟੇਜ ਤੇ ਇਹੀ ਦੱਸਾਂਗਾ ਕਿ ਜਿਹੜਾ ਕਾਨੂੰਨ ਮੁਤਾਬਿਕ ਬਿਲਕੁਲ ਸਹੀ ਤਰਤੀਬ ਨਾਲ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ। ਲੱਗਦਾ ਕਿ 6ਵਾਂ ਜਿਹੜਾ ਸ਼ੂਟਰ ਹੈ ਉਹ ਵੀ ਜਲਦੀ ਫੜਿਆ ਜਾਏਗਾ? ਨਹੀਂ, ਬਿਲਕੁਲ ਬਹੁਤ ਛੇਤੀ ਫੜਿਆ ਜਾਊਗਾ। ਠੀਕ ਹੈ, ਤਾਂ ਮਾਨਸਾ ਦੇ ਐਸਐਸਪੀ ਨਿਊਜ਼ 18 ਦੇ ਨਾਲ ਖਾਸ ਗੱਲਬਾਤ ਕਰ ਰਹੇ ਸੀਗੇ। ਉਹਨਾਂ ਨੇ ਜ਼ਿਕਰ ਕੀਤਾ ਕਿਸ ਤਰੀਕੇ ਦੇ ਨਾਲ ਐਨਕਾਊਂਟਰ ਕੀਤਾ ਗਿਆ, ਕਿਸ ਤਰੀਕੇ ਨਾਲ ਜਾਣਕਾਰੀ ਮਿਲੀ ਸੀਗੀ, ਔਰ ਕੁਝ ਸਵਾਲਾਂ ਦੇ ਜਵਾਬ ਨੂੰ ਲੈ ਕੇ ਕਹਿ ਰਹੇ ਨੇ ਕਿ ਇਨਵੈਸਟੀਗੇਸ਼ਨ ਦਾ ਪਾਰਟ ਹੈ, ਅਜੇ ਸਾਂਝੇ ਨਹੀਂ ਕਰ ਸਕਦੇ ਕਿ ਕੁਝ ਕਿਸ ਤਰੀਕੇ ਨਾਲ ਹਥਿਆਰ ਕਿੱਥੋਂ ਆਏ, ਕੀ ਇਹ ਪਾਕਿਸਤਾਨ ਜਾਣਾ ਚਾਹੁੰਦੇ ਸੀਗੇ, ਔਰ ਕੀ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਜਿਹੜੀ AK-47 ਮਿਲੀ ਹੈ ਇਹ ਉਹੀ AK-47 ਹੈ ਜਿਸ ਦੇ ਨਾਲ ਸਿੱਧੂ ਮੂਸੇਵਾਲਾ ਦਾ ਕਤਲ ਹੋਇਆ ਸੀ। ਇਹ ਇਨਵੈਸਟੀਗੇਸ਼ਨ ਜਿਹੜੀ ਉਹ ਕੀਤੀ ਜਾ ਰਹੀ ਹੈ। ਬਿਲकुल पंकज, एक जरूर इस ते चर्चा करनी बनती हैगी क्योंकि ये हाई पॉसिबिलिटीज ਜਿਹੜੀ ਹੈ ਉਹ ਡੀਜੀਪੀ ਗੌਰਵ ਯਾਦਵ ਕਹਿੰਦੇ ਹੋਏ ਇਸ ਤੇ ਨਜ਼ਰ ਆਏ ਨੇ, ਕਿਉਂਕਿ ਜੇਕਰ ਇਹੋ ਹਥਿਆਰ ਹੈ ਤਾਂ ਇਸ ਨੂੰ ਸੁਭਾਵਿਕ ਤੌਰ ਤੇ ਬਹੁਤ ਵੱਡੀ ਲੀਡ ਮਿਲੀ ਹੈ ਪੁਲਿਸ ਨੂੰ, ਔਰ ਕੋਰਟ ਦੇ ਵਿੱਚ ਵੀ ਪੇਸ਼ ਕਰਨਾ ਹੋਏਗਾ, ਤਾਈਓ ਉਸੇ ਆਧਾਰ ਤੇ ਅੱਗੇ ਇਨਵੈਸਟੀਗੇਸ਼ਨ ਬਹੁਤ ਵਧੀਆ ਚੱਲ ਸਕਦੀ ਹੈ। ਅਤੇ ਇੱਕ ਹੋਰ ਜਾਣਕਾਰੀ ਐਸਐਸਪੀ ਜੋ ਹੁਣੇ ਗੱਲਬਾਤ ਕਰ ਰਹੇ ਸੀ ਤੁਹਾਡੇ ਨਾਲ, ਉਹਨਾਂ ਨੇ ਦਿੱਤੀ ਹੈ ਕਿ ਅਗਲੇ ਮਹੀਨੇ ਚਲਾਨ ਪੇਸ਼ ਹੋਏਗਾ। ਇਹ ਵੀ ਬਹੁਤ ਵੱਡੀ ਖਬਰ ਹੈ, ਇਸ ਕਤਲकांड ਦੇ ਨਾਲ ਜੁੜੀ ਹੋਈ ਵੱਡੀ ਜਾਣਕਾਰੀ ਹੈ, ਕਿਉਂਕਿ ਕੁੱਲ ਮਿਲਾ ਕੇ ਸਾਰੀ ਤਫਤੀਸ਼ ਹੋ ਚੁੱਕੀ ਹੈ ਔਰ ਮੁਲਜ਼ਮ ਜਿਹੜੇ ਨੇ ਉਹ ਪਛਾਣੇ ਜਾ ਚੁੱਕੇ ਨੇ। ਪੰਕਜ, 2 ਸ਼ੂਟਰ ਦਾ ਕੱਲ ਐਨਕਾਊਂਟਰ ਹੋ ਜਾਂਦਾ ਹੈ, ਲੇਕਿਨ ਅਜੇ ਵੀ ਇੱਕ ਸ਼ੂਟਰ ਮੁੰਡੀ ਜਿਹੜਾ ਵਾ ਉਹ ਬਾਹਰ ਹੈ। ਇਨਵੈਸਟੀਗੇਸ਼ਨ ਦੇ ਵਿੱਚ ਉਸ ਦੀ ਭਾਲ ਕੀਤੀ ਜਾ ਰਹੀ ਹੈ, ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕੁਝ ਲੀਡ ਵੀ ਪੰਜਾਬ ਪੁਲਿਸ ਨੂੰ ਮਿਲੀਆਂ ਨੇ, ਲੇਕਿਨ ਉਹ ਲੀਡ ਸਾਂਝੀਆਂ ਨਹੀਂ ਕੀਤੀਆਂ ਜਾ ਸਕਦੀਆਂ। ਲੇਕਿਨ ਜਿਹੜੇ ਫੜੇ ਗਏ ਨੇ, ਜਿਹੜੇ ਚਾਹੇ ਮਾਸਟਰਮਾਈਂਡ ਲਾਰੈਂਸ ਬਿਸ਼ਨੋਈ ਹੋਵੇ, ਲਾਰੈਂਸ ਬਿਸ਼ਨੋਈ ਤੋਂ ਲਗਾਤਾਰ ਪੁੱਛਗਿੱਛ ਹੋਈ ਹੈ, ਲਾਰੈਂਸ ਬਿਸ਼ਨੋਈ ਹੀ ਮਾਸਟਰਮਾਈਂਡ ਦੱਸਿਆ ਜਾਂਦਾ ਹੈ, ਲਾਰੈਂਸ ਬਿਸ਼ਨੋਈ ਹੀ ਦੱਸਿਆ ਜਾਂਦਾ ਹੈ ਕਿ ਗੋਲਡੀ ਬਰਾੜ ਦੇ ਜ਼ਰੀਏ ਪੈਸੇ ਮੁਹੱਈਆ ਕਰਵਾਏ, ਹਥਿਆਰ ਮੁਹੱਈਆ ਕਰਵਾਏ, ਗੱਡੀਆਂ ਮੁਹੱਈਆ ਕਰਵਾਈਆਂ। ਇਹ ਸਾਰਾ ਪਲਾਨ ਜਿਹੜਾ ਉਹ ਲਾਰੈਂਸ ਬਿਸ਼ਨੋਈ ਦਾ ਸੀ, ਔਰ ਇਹ ਪੂਰਾ ਕਨੈਕਸ਼ਨ ਵਿੱਕੀ ਮਿੱਡੂ ਖੇੜਾ ਦੇ ਕਤਲ ਦੇ ਨਾਲ ਵੀ ਜਿਹੜਾ ਉਹ ਜੁੜਦਾ ਵਾ। ਤਾਂ ਅਜਿਹੇ 'ਚ ਹੁਣ ਕਿਉਂਕਿ ਇੱਕ ਹੀ ਸ਼ੂਟਰ ਜਿਹੜਾ ਵਾ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈ, ਆਉਣ ਵਾਲੇ ਦਿਨਾਂ 'ਚ ਪੁਲਿਸ ਉਸ ਨੂੰ ਗ੍ਰਿਫਤਾਰ ਕਰ ਸਕਦੀ ਹੈ, ਲੇਕਿਨ ਜਿਹੜੀ ਹੁਣ ਤੱਕ ਪੁੱਛਗਿੱਛ ਹੋਈ ਹੈ, ਹੁਣ ਤੱਕ ਜਿਹੜੀ ਇਨਵੈਸਟੀਗੇਸ਼ਨ ਹੋਈ ਹੈ, ਉਸ ਦੇ ਆਧਾਰ ਤੇ ਜਲਦ ਪੁਲਿਸ ਜਿਹੜੀ ਹੈ ਉਹ ਕੋਰਟ ਦੇ ਵਿੱਚ ਚਲਾਨ ਪੇਸ਼ ਕਰੇਗੀ। ਕਿਉਂਕਿ ਲਗਾਤਾਰ ਸਿੱਧੂ ਮੂਸੇਵਾਲਾ ਦੇ ਪਿਤਾ ਵੀ ਕਹਿ ਰਹੇ ਨੇ ਕਿ ਐਨਕਾਊਂਟਰ ਜ਼ਰੂਰ ਹੋ ਗਿਆ, ਲੇਕਿਨ ਅਜੇ ਇਨਸਾਫ ਮਿਲਣਾ ਬਾਕੀ ਹੈ। ਅਜੇ ਵੀ ਜਿਹੜਾ ਵੈ ਕੁਝ ਵਪਾਰੀ ਜਿਨ੍ਹਾਂ ਦੇ ਮਨ ਦੇ ਵਿੱਚ ਡਰ ਹੈ, ਜਿਨ੍ਹਾਂ ਨੂੰ ਧਮਕੀਆਂ ਮਿਲਦੀਆਂ ਨੇ, ਪੁਲਿਸ ਉਹਨਾਂ ਲੋਕਾਂ ਨੂੰ ਵੀ ਭਾਲ ਕਰ ਰਹੀ ਹੈ, ਲੱਭਣ ਦੀ ਕੋਸ਼ਿਸ਼ ਕਰ ਰਹੀ ਹੈ ਜਿਹੜੇ ਥ੍ਰੈਟ ਦੇ ਰਹੇ ਨੇ। ਤਾਂ ਇਸ ਵੇਲੇ ਪੁਲਿਸ ਜਿਹੜੀ ਲਗਾਤਾਰ, ਕਿਉਂਕਿ ਮੁੱਖ ਮੰਤਰੀ ਨਾਲ ਥੋੜੀ ਦੇਰ ਪਹਿਲਾਂ ਮੀਟਿੰਗ ਹੋਈ ਹੈ ਔਰ ਮੁੱਖ ਮੰਤਰੀ ਨੇ ਇਸ ਗੱਲ ਦਾ ਜ਼ਿਕਰ ਕੀਤਾ ਹੈ ਕਿ ਗੈਂਗਸਟਰ ਪੂਰੀ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਖਾਤਮਾ ਹੋਵੇ, ਡਰੱਗਸ ਡੀਲਰ ਇਹਨਾਂ ਦਾ ਆਪਸ ਵਿੱਚ ਦੇ ਕਨੈਕਸ਼ਨ ਹੈ, ਇਸ ਨੂੰ ਤੋੜਿਆ ਜਾਵੇ, ਔਰ ਇਸ ਦੇ ਲਈ ਪੁਲਿਸ ਨੂੰ ਜਿਹੜੀ ਫਰੀडम ਦਿੰਦੇ ਹੋਏ ਮੁੱਖ ਮੰਤਰੀ ਨਜ਼ਰ ਆ ਰਹੇ ਨੇ। ਗੁਰਜੋਤ ਜੀ
जी बिल्कुल ठीक है पंकज, तमाम जानकारी ਦੇ ਲਈ ਧੰਨਵਾਦ ਹੈ। ਤਾਂ ਇਸ ਵੇਲੇ ਪੁਲਿਸ ਜਿਹੜੀ ਹੈ ਪੂਰੀ ਤਰ੍ਹਾਂ ਦੇ ਨਾਲ ਵਾਰਨਿੰਗ ਦਿੰਦੀ ਹੋਈ ਕਹਿ ਸਕਦੇ ਹਾਂ ਕਿ ਬਾਕੀ ਦੇ ਹੋਰ ਗੈਂਗਸਟਰਾਂ ਨੂੰ ਨਜ਼ਰ ਆ ਰਹੀ ਹੈ, ਉਹਨਾਂ ਲੋਕਾਂ ਨੂੰ ਨਜ਼ਰ ਆ ਰਹੀ ਹੈ ਜੋ ਨਸ਼ੇ ਦਾ ਪੂਰਾ ਇਹ ਧੰਦਾ ਕਰਦੇ ਨੇ। ਔਰ ਇਸ ਵੇਲੇ ਦੀ ਵੱਡੀ ਖਬਰ ਹੈ, ਦੱਸੇ ਕਿ ਅਗਲੇ ਮਹੀਨੇ ਚਲਾਨ ਪੇਸ਼ ਹੋਏਗਾ। ਐਸਐਸਪੀ ਗੌਰਵ ਤੂਰਾ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ, ਮਾਨਸਾ ਦੇ ਐਸਐਸਪੀ ਨੇ ਜਿਨ੍ਹਾਂ ਨੇ ਜਾਣਕਾਰੀ ਦਿੱਤੀ ਹੈ ਅਗਲੇ ਮਹੀਨੇ ਚਲਾਨ ਪੇਸ਼ ਕੀਤਾ ਜਾਏਗਾ, ਚਲਾਨ ਪੇਸ਼ ਹੋਏਗਾ। ਔਰ ਖਾਸ ਤੌਰ ਤੇ ਜ਼ਿਕਰਯੋਗ ਹੈ ਕਿ ਜੇਕਰ ਚਲਾਨ ਪੇਸ਼ ਹੋਏਗਾ ਤਾਂ ਬਹੁਤ ਨੇੜੇ ਜਿਹੜੀ ਹੈ ਉਹ ਸਜ਼ਾ ਬਣਦੀ ਹੋਈ ਨਜ਼ਰ ਆਏਗੀ, ਕਿਉਂਕਿ ਸਿੱਧੂ ਮੂਸੇਵਾਲੇ ਦਾ ਜਿਸ ਤਰ੍ਹਾਂ ਦੇ ਨਾਲ ਕਤਲ ਕੀਤਾ ਗਿਆ ਉਸ ਨੂੰ ਲੈ ਕੇ ਪਰਿਵਾਰ ਦਾ ਵੀ ਕਹਿਣਾ ਹੈ ਕਿ ਸਾਡੀਆਂ ਉਮੀਦਾਂ ਟੁੱਟੀਆਂ ਨਹੀਂ ਹਨ, ਸਾਨੂੰ ਉਮੀਦ ਹੈ ਕਿ ਸਾਨੂੰ ਇਨਸਾਫ ਮਿਲੇਗਾ। ਥੋੜੇ ਦਿਨ ਪਹਿਲਾਂ ਹੀ ਸਿੱਧੂ ਮੂਸੇਵਾਲਾ ਦੇ ਪਿਤਾ ਦੇ ਵੱਲੋਂ ਇਹ ਬਿਆਨ ਦਿੱਤਾ ਗਿਆ ਸੀ, ਤਾਂ ਬੀਤੇ ਦਿਨ ਜੋ ਕਾਰਵਾਈ ਹੋਈ ਹੈ, ਐਨਕਾਊਂਟਰ ਹੋਇਆ, ਉਸ ਨੂੰ ਲੈ ਕੇ ਵੀ ਉਹਨਾਂ ਨੇ ਕਹਿ ਸਕਦੇ ਆ ਕਿ ਕਿਤੇ ਨਾ ਕਿਤੇ ਸਹਿਮਤੀ ਜਿਹੜੀ ਹੈ ਜ਼ਾਹਿਰ ਕੀਤੀ ਹੈ ਕਿ ਠੀਕ ਹੈ ਜੋ ਕਾਰਵਾਈ ਹੋਈ ਹੈ ਉਸ ਦੀ ਸ਼ਲਾਘਾ ਵੀ ਕਰਦੇ ਨਜ਼ਰ ਆਏ ਨੇ ਕਿ ਪੁਲਿਸ ਜੋ ਕਾਰਵਾਈ ਕਰ ਰਹੀ ਹੈ। ਔਰ ਖਾਸ ਤੌਰ ਤੇ ਐਸਐਸਪੀ ਜਿਹੜੇ ਨੇ ਗੌਰਵ ਤੂਰਾ ਜੋ ਮਾਨਸਾ ਦੇ ਨੇ, ਉਹਨਾਂ ਨੇ ਜਾਣਕਾਰੀ ਦਿੱਤੀ ਹੈ ਕਿ ਅਸੀਂ ਇਨਵੈਸਟੀਗੇਸ਼ਨ ਦੇ ਮੁਤਾਬਿਕ ਬਿਲਕੁਲ ਸਹੀ ਟਰੈਕ ਤੇ ਹਾਂ। ਪੁਲਿਸ ਜਿਹੜੀ ਹੈ ਇਸ ਵੇਲੇ ਪੂਰੀ ਤਰ੍ਹਾਂ ਦੇ ਨਾਲ ਸਹੀ ਟਰੈਕ ਤੇ ਔਰ ਪੂਰੀ ਫੌਰੀ ਤੌਰ ਤੇ ਕਾਰਵਾਈ ਕਰ ਰਹੀ ਹੈ, ਯਾਨੀ ਕਿ ਜਲਦੀ ਤੋਂ ਜਲਦੀ ਜਿਹੜਾ ਉਹ ਪੈਰ ਨੱਪੇ ਜਾ ਰਹੇ ਨੇ ਇਹਨਾਂ ਗੈਂਗਸਟਰਾਂ ਦੇ, ਕੌਣ ਕਿੱਥੇ ਲੁਕਿਆ ਹੋਇਆ ਹੈ। ਇੱਕ ਇਹ ਵੀ ਵੱਡੀ ਜਾਣਕਾਰੀ ਐਸਐਸਪੀ ਨੇ ਦਿੱਤੀ ਹੈ ਕਿ ਦੀਪਕ ਮੁੰਡੀ ਜਿਹੜਾ ਕਿੱਥੇ ਹੈ, ਤਾਂ ਇਸ ਨੂੰ ਲੈ ਕੇ ਵੀ ਉਹਨਾਂ ਕੋਲ ਬਹੁਤ ਹੀ ਸਟਰੋਂਗ ਇਨਪੁਟਸ ਨੇ, ਯਾਨੀ ਕਿ ਪੂਰਾ ਮਜ਼ਬੂਤ ਸਬੂਤ ਹੈ ਉਹਨਾਂ ਦੇ ਕੋਲ। ਆਖਿਰਕਾਰ ਉਹ 6ਵਾਂ ਸ਼ਾਰਪ ਸ਼ੂਟਰ ਕਿੱਥੇ ਹੈ, 6 ਸ਼ਾਰਪ ਸ਼ੂਟਰ ਸਨ। ਇਸ ਵੇਲੇ ਸਾਰੇ ਗਿਰਫਤ ਨੇ, 2 ਜਿਹੜੇ ਨੇ ਮਾਰੇ ਜਾ ਚੁੱਕੇ ਨੇ ਔਰ ਇੱਕ ਫਰਾਰ ਹੈ ਦੀਪਕ ਮੁੰਡੀ, ਜਿਸ ਦਾ ਜ਼ਿਕਰ ਵਾਰ-ਵਾਰ ਹੁਣ ਹੋ ਰਿਹਾ ਹੈ ਕਿਉਂਕਿ ਉਸੇ ਤੇ ਨਜ਼ਰਾਂ ਟਿਕੀਆਂ ਨੇ ਕਿ ਆਖਿਰਕਾਰ ਹੁਣ ਉਹ ਕਿੱਥੇ ਹੈ। ਉਸ ਨੂੰ ਲੈ ਕੇ ਪੁਲਿਸ ਦਾ ਕਹਿਣਾ ਹੈ ਕਿ ਸਾਡੇ ਕੋਲ ਪੂਰੀ ਮਜ਼ਬੂਤ ਇਨਪੁਟਸ ਨੇ। इन्वेस्टिगेशन बारे में बहुत ज़्यादा नहीं दस सकता। AK-47 राइफल बरामद हुई है, पिस्टल बरामद हुई है, काफ़ी हैवी मात्रा दे विच एम्यूनिशन आर्म्स बरामद होया है। सो ਇਹ ਇਨਵੈਸਟੀਗੇਸ਼ਨ ਚੱਲ ਰਹੀ ਹੈਗੀ, ਸਾਇੰਟਿਫਿਕ ਤਰੀਕੇ ਨਾਲ ਅਸੀਂ ਉਸ ਨੂੰ ਕਨੈਕਟ ਕਰਾਂਗੇ ਜਿਹੜਾ ਪਿਛਲਾ ਕ੍ਰਾਈਮ ਹੋਇਆ ਸੀ। ਕੀ ਇਹ ਪਾਕਿਸਤਾਨ ਜਾਣ ਦੀ ਫਿਰਾਕ ਦੇ ਵਿੱਚ ਸੀਗੇ, ਕਿਉਂਕਿ ਪਾਕਿਸਤਾਨ ਤੋਂ ਬੇਹੱਦ ਨੇੜੇ ਇਹ ਸੀਗੇ, ਔਰ ਕੀ ਰਿੰਦਾ ਇਹਨਾਂ ਦੀ ਮਦਦ ਕਰ ਰਿਹਾ ਸੀ ਪਾਕਿਸਤਾਨ? ਹਾਲੇ ਇਹ ਚੀਜ਼ ਇਨਵੈਸਟੀਗੇਸ਼ਨ ਵਿੱਚ ਵੇਖੀ ਜਾਊਗੀ ਜੀ। ਅਸੀਂ ਸਾਰੇ ਕਨੈਕਸ਼ਨ, ਸਾਰੀ ਕਨੈਕਟੀਵਿਟੀ ਐਕਸਪਲੋਰ ਕਰਾਂਗੇ। ਸਰ, ਜਿਸ ਤਰੀਕੇ ਨਾਲ ਕਿਹਾ ਜਾ ਰਿਹਾ ਕਿ AK-47 ਨਾਲ ਸਿੱਧੂ ਮੂਸੇਵਾਲਾ ਤੇ ਹਮਲਾ ਹੋਇਆ ਸੀ, ਕੀ ਇਹ ਉਹੀ AK-47 ਹੈ ਜਿਹੜੀ ਬਰਾਮਦ ਹੋਈ ਹੈ? ਇਹਦੀ ਪੋਸੀਬਿਲਿਟੀ ਹੈਗੀ, ਕਾਫੀ ਹਾਈ ਡਿਗਰੀ ਦੀ ਪੋਸੀਬਿਲਿਟੀ ਹੈ, ਪਰ ਅਸੀਂ ਇਹਨੂੰ ਫੋਰੈਂਸਿਕ ਐਗਜ਼ਾਮਿਨ ਕਰਾਉਣ ਤੋਂ ਬਾਅਦ ਹੀ ਅਸੀਂ ਕੋਈ ਪੁਖਤਾ ਗੱਲ ਕਹਿ ਸਕਦੇ ਹਾਂ। देयर इज़ अ वेरी हाई डिग्री ऑफ पॉसिबिलिटी कि आही AK-47 यूज हुई सी, बट बाकी साइंटिफिक जांच तो बाद पता लगूगा। ਦੀਪਕ ਮੁੰਡੀ ਨੂੰ ਲੱਭਣ ਵਾਸਤੇ ਕੀ ਕਰ ਰਹੀ ਹੈ? ਅਸੀਂ ਲੱਗੇ ਜੀ, ਤੁਹਾਨੂੰ ਰਿਜ਼ਲਟ ਦਾਂਗੇ। ਦੀਪਕ ਮੁੰਡੀ ਇਜ਼ ਦਾ ਓਨਲੀ ਸ਼ੂਟਰ ਵਿਚ ਇਜ਼ ਲੈਫਟ, ਤੇ ਅਸੀਂ ਪੰਜਾਬ ਪੁਲਿਸ ਦੀ ਸਾਰੀ ਟੀਮਾਂ ਉਹਦੇ ਮਗਰ ਲੱਗੀਆਂ ਹੈ ਤੇ ਅਸੀਂ ਛੇਤੀ ਰਿਜ਼ਲਟ ਦਾਂਗੇ ਜੀ। ਦੀਪਕ ਮੁੰਡੀ ਸਰ ਪੰਜਾਬ ਦੇ ਕਿਸੇ ਏਰੀਆ ਜਾਂ ਬਾਹਰ? ਨਹੀਂ, ਮੈਂ ਇਸ ਤੇ ਕੋਈ ਕਮੈਂਟ ਨਹੀਂ ਕਰਾਂਗਾ ਜੀ ਇਨਵੈਸਟੀਗੇਸ਼ਨ ਤੇ। ਦੇਖੋ ਜੀ, ਇਹ ਤੇ ਲਾਈਵ ਐਨਕਾਊਂਟਰ ਸੀ, ਸਾਡੇ ਉੱਪਰ ਫਾਇਰ ਹੋਇਆ ਹੈ ਜੀ, AK-47 ਦੇ ਬਸਟ ਛੱਡੇ ਗਏ ਹੈ। ਸੋ ਇਨ ਸੈਲਫ ਡਿਫੈਂਸ ਪੁਲਿਸ ਨੇ ਫਾਇਰ ਬੈਕ ਕੀਤਾ ਹੈ ਜੀ। ਸੋ ਇਹ ਹਰ ਸਿਚੁਏਸ਼ਨ, ਹਰ ਹਾਲਾਤ ਡਿਫਰੈਂਟ ਹੁੰਦਾ ਹੈ, ਜਿਸ ਤਰ੍ਹਾਂ ਦੀ ਸਿਚੁਏਸ਼ਨ ਹੁੰਦੀ ਹੈ ਉਸ ਦੇ ਮੁਤਾਬਿਕ ਕਾਰਵਾਈ ਹੁੰਦੀ ਹੈ। ਅਸੀਂ ਐਸ ਪਰ ਲਾਅ ਕਾਰਵਾਈ ਕਰਦੇ ਹਾਂ, ਜੋ ਲੀਗਲ ਐਕਸ਼ਨ ਹੁੰਦਾ ਹੈ ਉਹੀ ਕੀਤਾ ਜਾਂਦਾ ਜੀ। ਗੋਲਡੀ ਬਰਾੜ ਦਾ ਰੈੱਡ ਕਾਰਨਰ ਨੋਟਿਸ ਇੰਟਰਪੋਲ ਤੋਂ ਇਸ਼ੂ ਹੋ ਗਿਆ ਹੈ ਜੀ, ਉਹਦੇ ਐਕਸਟ੍ਰਾਡੀਸ਼ਨ ਲਈ ਅਸੀਂ ਐਫਰਟ। ਦੇਖੋ ਜੀ, ਇਹ ਤੇ ਲਾਈਵ ਐਨਕਾਊਂਟਰ ਸੀ, ਸਾਡੇ ਉੱਪਰ ਫਾਇਰ ਹੋਇਆ ਹੈ ਜੀ, AK-47 ਦੇ ਬਸਟ ਛੱਡੇ ਗਏ ਹੈ। ਸੋ ਇਨ ਸੈਲਫ ਡਿਫੈਂਸ ਪੁਲਿਸ ਨੇ ਫਾਇਰ ਬੈਕ ਕੀਤਾ ਹੈ ਜੀ। ਸੋ ਇਹ ਹਰ ਸਿਚੁਏਸ਼ਨ, ਹਰ ਹਾਲਾਤ ਡਿਫਰੈਂਟ ਹੁੰਦਾ ਹੈ, ਜਿਸ ਤਰ੍ਹਾਂ ਦੀ ਸਿਚੁਏਸ਼ਨ ਹੁੰਦੀ ਹੈ ਉਸ ਦੇ ਮੁਤਾਬਿਕ ਕਾਰਵਾਈ ਹੁੰਦੀ ਹੈ। ਅਸੀਂ ਐਸ ਪਰ ਲਾਅ ਕਾਰਵਾਈ ਕਰਦੇ ਹਾਂ, ਜੋ ਲੀਗਲ ਐਕਸ਼ਨ ਹੁੰਦਾ ਹੈ ਉਹੀ ਕੀਤਾ ਜਾਂਦਾ ਜੀ। ਗੋਲਡੀ ਬਰਾੜ ਦਾ ਰੈੱਡ ਕਾਰਨਰ ਨੋਟਿਸ ਇੰਟਰਪੋਲ ਤੋਂ ਇਸ਼ੂ ਹੋ ਗਿਆ ਹੈ ਜੀ, ਉਹਦੇ ਐਕਸਟ੍ਰਾਡੀਸ਼ਨ ਲਈ ਅਸੀਂ ਐਫਰਟਸ ਕਰ ਰਹੇ ਹੈਗੇ। तो बिल्कुल डीजीपी गौरव यादव ਦੇ ਵੱਲੋਂ ਇਹ ਵੱਡੀ ਮੀਟਿੰਗ ਜਿਹੜੀ ਹੈ ਕੀਤੀ ਗਈ ਹੈ ਸੀਐਮ ਭਗਵੰਤ ਮਾਨ ਉਹਨਾਂ ਦੇ ਨਾਲ, ਉਸ ਤੋਂ ਬਾਅਦ ਇਹ ਜਾਣਕਾਰੀ ਦਿੱਤੀ ਗਈ ਹੈ। ਤਾਂ ਸਿੱਧਾ ਚੱਲਦੇ ਹਾਂ ਇਸ ਵੇਲੇ ਅੰਮ੍ਰਿਤਸਰ, ਉੱਥੇ ਕੀ ਸਥਿਤੀ ਹੈ, ਕਿਉਂਕਿ ਸਿਵਲ ਹਸਪੀਟਲ ਦੇ ਵਿੱਚ ਦੋਵਾਂ ਦੀਆਂ ਲਾਸ਼ਾਂ ਮੌਜੂਦ ਨੇ, ਪੋਸਟਮਾਰਟਮ ਹੋਣਾ ਹੈ, ਤਾਂ ਦੂਸਰੇ ਪਾਸੇ ਐਨਕਾਊਂਟਰ ਵਾਲੀ ਥਾਂ ਤੇ ਜਿਹੜਾ ਹੈ ਉਹ ਸਾਰੀ ਜਾਂਚ ਚੱਲ ਰਹੀ ਹੈ। ਇਸ ਵੇਲੇ ਮੇਰੇ ਨਾਲ ਗਗਨਦੀਪ ਚੌਹਾਨ ਮੇਰੇ ਸਹਿਯੋਗੀ ਮੌਜੂਦ ਨੇ, ਤਾਂ ਰਾਜੀਵ ਸ਼ਰਮਾ ਵੀ ਮੌਜੂਦ ਨੇ। ਔਰ ਰਾਜੀਵ, ਸਭ ਤੋਂ ਪਹਿਲਾਂ ਤੁਹਾਡੇ ਵੱਲ ਰੁਕ ਕਰਾਂਗੇ। ਇੱਥੋਂ ਦੀ ਗੱਲ ਕੀਤੀ ਜਾਵੇ ਤਾਂ ਹੁਣ ਤੱਕ ਜਾਂਚ ਕਿੱਥੋਂ ਤੱਕ ਪਹੁੰਚੀ ਹੈ ਤੇ ਹੁਣ ਤੱਕ ਕੀ ਕੁਝ ਅਪਡੇਟ ਅੱਜ ਦੀ ਸਾਹਮਣੇ ਆਈ ਹੈ?
ਜੀ ਬਿਲਕੁਲ ਗੁਰਜੋਤ, ਜਦੋਂ ਇਹ ਐਨਕਾਊਂਟਰ ਖਤਮ ਹੁੰਦਾ ਤਾਂ ਏਡੀਜੀਪੀ ਖੁਦ ਇਸ ਥਾਂ ਤੇ ਪਹੁੰਚਦੇ ਨੇ। ਉਸ ਤੋਂ ਬਾਅਦ ਮੀਡੀਆ ਦੇ ਨਾਲ ਗੱਲਬਾਤ ਕੀਤੀ ਜਾਂਦੀ ਹੈ, ਫਿਰ ਪ੍ਰੈਸ ਕਾਨਫਰੰਸ ਕੀਤੀ ਜਾਂਦੀ। ਤਾਂ ਅੱਜ ਅੰਮ੍ਰਿਤਸਰ ਦੇ ਜਿਹੜੇ ਡੀਸੀਪੀ ਡਿਟੈਕਟਿਵ ਨੇ ਮੁਖਵਿੰਦਰ ਸਿੰਘ ਭੁੱਲਰ, ਉਹ ਵੀ ਇੱਥੇ ਪਹੁੰਚੇ ਸੀ। ਤਾਂ ਉਹਨਾਂ ਨੇ ਵੀ ਮੀਡੀਆ ਨੂੰ ਜਾਣਕਾਰੀ ਦਿੱਤੀ ਔਰ ਇੱਕ ਨਵਾਂ ਤੱਥ ਰੱਖਿਆ ਸੀ ਕਿ ਇੱਕ ਤਾਂ ਫੋਰੈਂਸਿਕ ਜਾਂਚ ਜਿਹੜੀ ਹੋ ਰਹੀ ਹੈ ਔਰ ਉਹੀ ਫੋਰੈਂਸਿਕ ਟੀਮ ਹੈ ਜਿਹੜੀ ਕਿ ਸਿੱਧੂ ਮੂਸੇਵਾਲਾ ਦਾ ਜਦੋਂ ਕਤਲ ਹੋਇਆ ਸੀ ਤਾਂ ਉੱਥੇ ਉਹਨਾਂ ਵੱਲੋਂ ਜਾਂਚ ਕੀਤੀ ਗਈ ਸੀ। ਇਸ ਦੇ ਨਾਲ ਹੀ ਇਸ ਵਿਚਾਲੇ ਸਾਡੇ ਤੱਕ ਇਹ ਜਾਣਕਾਰੀ ਪਹੁੰਚਦੀ ਹੈ ਕਿ ਸਿੱਧੂ ਮੂਸੇਵਾਲਾ ਦੇ ਜਿਹੜੇ ਪਿਤਾ ਨੇ ਉਹ ਅੰਮ੍ਰਿਤਸਰ ਦੇ ਘਰਿੰਡਾ ਥਾਣੇ ਦੇ ਵਿੱਚ ਪਹੁੰਚੇ ਨੇ, ਕਿਉਂਕਿ ਇਸ ਐਨਕਾਊਂਟਰ ਦੀ ਜਿਹੜੀ ਐਫਆਈਆਰ ਹੈ ਉਹ ਘਰਿੰਡਾ ਥਾਣੇ ਦੇ ਵਿੱਚ ਦਰਜ ਕੀਤੀ ਗਈ ਹੈ। ਤਾਂ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦਾ ਉੱਥੇ ਜਿਹੜੇ ਬਿਆਨ ਨੇ ਉਹ ਵੀ ਦਰਜ ਕੀਤੇ ਗਏ ਨੇ। ਉਸ ਤੋਂ ਬਾਅਦ ਸ਼ਨਾਖਤ ਦੇ ਲਈ, ਕਿਉਂਕਿ ਨਿਊਜ਼ 18 ਨੇ ਸਭ ਤੋਂ ਪਹਿਲਾਂ ਇਹ ਜਾਣਕਾਰੀ ਦਿੱਤੀ ਸੀ ਆਪਣੇ ਦਰਸ਼ਕਾਂ ਨੂੰ ਕਿ ਸਿੱਧੂ ਮੂਸੇਵਾਲਾ ਦੇ ਪਿਤਾ ਅੰਮ੍ਰਿਤਸਰ ਦੇ ਘਰਿੰਡਾ ਥਾਣੇ ਪਹੁੰਚੇ ਨੇ। ਉਸ ਤੋਂ ਬਾਅਦ ਉਹ ਸ਼ਨਾਖਤ ਕਰਵਾਉਣ ਦੇ ਲਈ ਪੁਲਿਸ ਉਹਨਾਂ ਨੂੰ ਲੈ ਕੇ ਜਾਏਗੀ, ਕਿਉਂਕਿ ਇਹ ਵੀ ਜਾਂਚ ਕੀਤੀ ਜਾਏਗੀ ਕਿ ਉਸਦੇ ਪਿਤਾ ਸ਼ਾਇਦ ਉਹਨਾਂ ਨੂੰ ਪਹਿਲਾਂ ਉਹਨਾਂ ਦੇ ਜ਼ਿਹਨ ਦੇ ਵਿੱਚ ਆਵੇ ਕਿ ਇਹਨਾਂ ਲੋਕਾਂ ਨੂੰ ਆਪਣੇ ਘਰ ਦੇ ਆਲੇ ਦੁਆਲੇ ਦੇਖ ਚੁੱਕੇ ਨੇ। ਪਰ ਤਾਜ਼ਾ ਸਥਿਤੀ ਕੀ ਆ ਉਹ ਦਿਖਾਉਣ ਦੀ ਕੋਸ਼ਿਸ਼ ਕਰਦੇ ਆ। ਬਿਲਕੁਲ ਠੀਕ ਮੇਰੇ ਪਿੱਛੇ ਉਹੀ ਖੇਤ ਔਰ ਉਹ ਘਰ ਜਿੱਥੇ ਕੱਲ ਦੋ ਗੈਂਗਸਟਰ ਜਿਹੜੇ ਨੇ ਉਹ ਪਹੁੰਚੇ ਸੀ, ਜਿਸ ਤੋਂ ਬਾਅਦ ਪੁਲਿਸ ਦੀ ਟੀਮ ਵੱਲੋਂ ਜੋ ਹੈ ਉਹ ਉਹਨਾਂ ਨੂੰ ਪਹਿਲਾਂ ਵਾਰਨਿੰਗ ਦਿੱਤੀ ਗਈ ਔਰ ਸਰੈਂਡਰ ਕਰਨ ਦੇ ਲਈ ਕਿਹਾ ਗਿਆ, ਪਰ ਉਹਨਾਂ ਵੱਲੋਂ ਪੁਲਿਸ ਟੀਮ ਦੇ ਉੱਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਤਾਂ ਇਸ ਵੇਲੇ ਹਲਚਲ ਜਿਹੜੀ ਹੈ ਕੁਝ ਘੱਟ ਨਜ਼ਰ ਆ ਰਹੀ, ਕਿਉਂਕਿ ਕੁਝ ਦੇਰ ਪਹਿਲਾਂ ਫੋਰੈਂਸਿਕ ਟੀਮ ਉਹਨਾਂ ਦੀਆਂ ਗੱਡੀਆਂ ਸੀ, ਉਸ ਤੋਂ ਇਲਾਵਾ ਜਿਹੜੇ ਪੰਜਾਬ ਪੁਲਿਸ ਦੇ ਕਮਾਂਡੋ ਨੇ ਉਹਨਾਂ ਵੱਲੋਂ ਪੂਰੇ ਇਲਾਕੇ ਦੇ ਵਿੱਚ ਸਰਚ ਆਪਰੇਸ਼ਨ ਚਲਾਇਆ ਗਿਆ ਸੀ। ਜਿੰਨੇ ਵੀ ਉਹ ਕੱਲ ਜਿਹੜੇ ਰਾਉਂਡ ਫਾਇਰ ਹੋਏ ਉਹਨਾਂ ਦੇ ਖਾਲੀ ਜਿਹੜੇ ਖੋਲ ਨੇ ਉਹ ਇਕੱਠੇ ਕੀਤੇ ਗਏ ਔਰ ਇਹ ਵੀ ਜਾਣਕਾਰੀ ਸੀ। ਔਰ ਮੁਖਵਿੰਦਰ ਸਿੰਘ ਭੁੱਲਰ ਨੇ ਵੀ ਅੱਜ ਇਹ ਗੱਲ ਕਹੀ ਹੈ ਕਿ ਪੁਲਿਸ ਨੂੰ ਖਦਸ਼ਾ ਸੀ ਕਿ ਇਹਨਾਂ ਗੈਂਗਸਟਰਾਂ ਦੇ ਕੋਲ ਗ੍ਰੇਨੇਡ ਵੀ ਹੋ ਸਕਦੇ ਨੇ, ਕਿਉਂਕਿ ਇੱਕ ਬੈਗ ਦਾ ਜ਼ਿਕਰ ਕੀਤਾ ਜਾ ਰਿਹਾ ਸੀ। ਤਾਂ ਉਸ ਪੂਰਾ ਜੋ ਸਮੱਗਰੀ, ਉਸ ਤੋਂ ਇਲਾਵਾ ਕਿਉਂਕਿ ਘਰ ਨੂੰ ਨੁਕਸਾਨ ਵੀ ਪਹੁੰਚਿਆ ਜਦੋਂ ਗ੍ਰੇਨੇਡ ਦੇ ਨਾਲ ਜਾਂ ਫਿਰ ਐਸਐਲਆਰ ਦੇ ਨਾਲ ਜਿਹੜੇ ਫਾਇਰ ਕੀਤੇ ਗਏ ਸੀ, ਤਾਂ ਘਰ ਦੀਆਂ ਕੰਧਾਂ ਜਿਹੜੀਆਂ ਨੇ ਉਹ ਟੁੱਟ ਚੁੱਕੀਆਂ ਸੀ। ਕੱਲ ਜਿਹੜੀ ਤਸਵੀਰ ਸਾਹਮਣੇ ਆਈ ਸੀ ਜਗਰੂਪ ਰੂਪਾ ਦੀ, ਤਾਂ ਤੁਸੀਂ ਦੇਖ ਸਕਦੇ ਹੋ ਕਿ ਉਹਦੇ ਆਲੇ ਦੁਆਲੇ ਕੁਝ ਇੱਟਾਂ, ਸੀਮੈਂਟ ਵਗੈਰਾ ਜਿਹੜਾ ਮਲਬਾ ਹੈ ਉਸ ਮਕਾਨ ਦਾ ਉਹ ਨਜ਼ਰ ਆ ਰਿਹਾ ਸੀ। ਤਾਂ ਇਸ ਕਰਕੇ ਪੂਰੇ ਘਰ ਦੀ ਜਿਹੜੀ ਛਾਣਬੀਨ ਹੈ ਉਹ ਕੀਤੀ ਜਾ ਰਹੀ। ਇਸ ਵੇਲੇ ਕੁਝ ਪੁਲਿਸ ਮੁਲਾਜ਼ਮ ਜਿਹੜੇ ਤੁਸੀਂ ਦੇਖ ਸਕਦੇ ਹੋ ਕਿ ਘਰ ਦਾ ਜਿਹੜਾ ਮੇਨ ਗੇਟ ਹੈ ਉਸ ਦੇ ਬਾਹਰ ਬੈਠੇ ਨਜ਼ਰ ਆ ਰਹੇ ਨੇ। ਤਾਂ ਇਹ ਪੁਲਿਸ ਦੇ ਮੁਲਾਜ਼ਮ ਇਸੇ ਲਈ ਤੈਨਾਤ ਕੀਤੇ ਗਏ ਨੇ। ਬਿਲਕੁਲ ਠੀਕ ਹੈ ਰਾਜੀਵ, ਅਪਡੇਟ ਇੱਕ ਵਾਰ ਗਗਨ ਤੋਂ ਲੈ ਲਈਏ ਆਖਿਰਕਾਰ ਉੱਥੇ ਕੀ ਅਪਡੇਟ ਹੈ, ਉਸ ਤੋਂ ਬਾਅਦ ਫੌਰੀ ਤੌਰ ਤੇ ਤੁਹਾਡੇ ਕੋਲ ਵਾਪਸੀ ਕਰਾਂਗੇ। ਆ ਕਹਿ ਲਈਏ ਕਿ ਸੀਨ ਆਫ ਐਨਕਾਊਂਟਰ ਜਿਹੜਾ ਹੈ ਉਹ ਤੁਹਾਡੀ ਜ਼ੁਬਾਨੀ ਸਮਝਣ ਦੀ ਵੀ ਦੁਬਾਰਾ ਕੋਸ਼ਿਸ਼ ਕਰਾਂਗੇ, ਕਿਉਂਕਿ ਇਸੇ ਵੇਲੇ ਕੱਲ ਇਸੇ ਸਮੇਂ ਐਨਕਾਊਂਟਰ ਚੱਲ ਰਿਹਾ ਸੀ, ਉੱਥੇ ਤਾਬੜਤੋੜ ਫਾਇਰਿੰਗ ਹੋ ਰਹੀ ਸੀ। ਗਗਨ, ਤੁਹਾਡੇ ਕੋਲ ਕੀ ਕੁਝ ਅਪਡੇਟ ਹੈ? ਇਹ ਵੀ ਜਾਣਕਾਰੀ ਤੁਸੀਂ ਦਿੱਤੀ ਸੀ ਥੋੜੀ ਦੇਰ ਪਹਿਲਾਂ ਕਿ ਮਨੂ ਕੂਸਾ ਦਾ ਪਰਿਵਾਰ ਵੀ ਉੱਥੇ ਆ ਸਕਦਾ ਹੈ ਔਰ ਉਹਨਾਂ ਦੇ ਵੱਲੋਂ ਵੀ ਜਿਹੜਾ ਬਾਡੀ ਹੈ ਲੈਣ ਨੂੰ ਲੈ ਕੇ ਕਿਹਾ ਜਾ ਸਕਦਾ ਹੈ। ਸੋ ਕੀ ਕੁਝ ਅਪਡੇਟ ਹੈ ਹੁਣ ਤੱਕ? ਬਿਲਕੁਲ ਗੁਰਜੋਤ, ਇੱਥੇ ਫਿਲਹਾਲ ਅਸੀਂ ਸਿਵਲ ਹਸਪਤਾਲ ਦੇ ਬਾਹਰ ਹੀ ਮੌਜੂਦ ਹਾਂ। ਲਗਾਤਾਰ ਜਿਹੜਾ ਹੈਗਾ ਅਸੀਂ ਵੀ ਨਜ਼ਰ ਰੱਖੇ ਹੋਏ ਹਾਂ। ਮਨੂ ਕੂਸਾ ਦੇ ਮਾਤਾ ਦੇ ਇੱਥੇ ਆਉਣ ਦੀ ਇਨਫੋਰਮੇਸ਼ਨ ਜਿਹੜੀ ਹੈਗੀ ਉਹ ਸੂਤਰਾਂ ਦੇ ਵੱਲ ਤੋਂ ਸਾਨੂੰ ਮਿਲੀ ਸੀਗੀ, ਜਾਣਕਾਰੀ ਮਿਲੀ ਸੀਗੀ, ਪਰ ਇਸ ਸਭ ਦੇ ਵਿਚਾਲੇ ਜਿਹੜਾ ਹੈਗਾ ਹਜੇ ਉਹ ਇੱਥੇ ਨਹੀਂ ਪਹੁੰਚੇ ਨੇ। ਔਰ ਜਿਹੜਾ ਪ੍ਰੋਸੈਸ ਹੈਗਾ ਘਰਿੰਡਾ ਥਾਣਾ ਜਿਹੜਾ ਹੈਗਾ, ਕਿਉਂਕਿ ਇਹ ਸਾਰਾ ਐਨਕਾਊਂਟਰ ਜਿਹੜਾ ਹੈਗਾ ਉਹ ਦਿਹਾਤੀ ਇਲਾਕੇ ਪੁਲਿਸ ਦੇ ਤਹਿਤ ਜਿਹੜਾ ਹੈਗਾ ਇਹ ਸਾਰੀ ਕਾਰਵਾਈ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਔਰ ਦਿਹਾਤੀ ਥਾਣਾ ਜਿਹੜਾ ਹੈਗਾ ਉਸ ਦੇ ਵਿੱਚ ਘਰਿੰਡਾ ਥਾਣਾ ਜਿਹੜਾ ਹੈਗਾ ਉਹ ਸਾਰੇ ਪ੍ਰੋਸੈਸ ਨੂੰ ਅੰਜਾਮ ਦੇ ਰਿਹਾ, ਜਿੱਥੇ ਬਿਆਨ ਦਰਜ ਹੋ ਰਹੇ ਨੇ, ਜਿਸ ਤੇ ਦਸਤਾਵੇਜ਼ੀ ਕਾਰਵਾਈ ਹੋ ਰਹੀ ਹੈ। ਈਵਨ ਜਗਰੂਪ ਰੂਪਾ ਦਾ ਪਰਿਵਾਰ ਵੀ ਜਿਹੜਾ ਹੈਗਾ ਉਹਨਾਂ ਨੂੰ ਵੀ ਬਿਆਨ ਦਰਜ ਕਰਾਉਣ ਦੇ ਲਈ ਉੱਥੇ ਲਿਜਾਇਆ ਗਿਆ। ਸੋ ਕਿਤੇ ਨਾ ਕਿਤੇ ਇਹ ਸਮਝਣ ਵਾਲੀ ਗੱਲ ਹੈਗੀ ਹੈ ਕਿ ਘਰਿੰਡਾ ਥਾਣਾ ਤੋਂ ਪਹਿਲਾਂ ਜਦੋਂ ਉਹਨਾਂ ਦੇ ਬਿਆਨ ਜਿਹੜੇ ਹੈਗੇ ਉਹ ਦਰਜ ਹੋ ਜਾਣਗੇ ਦੋਵੇਂ ਪਰਿਵਾਰਾਂ ਦੇ, ਜੇਕਰ ਮਨੂ ਕੂਸਾ ਦਾ ਪਰਿਵਾਰ ਆਉਂਦਾ ਤਾਂ ਮਨੂ ਕੂਸਾ ਦੇ ਪਰਿਵਾਰ ਦੇ ਵੀ ਬਿਆਨ ਉੱਥੇ ਦਰਜ ਹੋਣਗੇ। ਔਰ ਜਗਰੂਪ ਰੂਪਾ ਦਾ ਪਰਿਵਾਰ ਆਇਆ ਸੀਗਾ, ਉਹਨਾਂ ਨੂੰ ਪਹਿਲਾਂ ਹੀ ਪੁਲਿਸ ਜਿਹੜੀ ਹੈਗੀ ਉੱਥੇ ਲੈ ਕੇ ਜਾ ਚੁੱਕੇ, ਉਹਨਾਂ ਦੇ ਬਿਆਨ ਜਿਹੜੇ ਹੈਗੇ ਲਿਖੇ ਜਾ ਰਹੇ ਨੇ। ਉਸ ਤੋਂ ਬਾਅਦ ਜਿਹੜਾ ਹੈਗਾ ਉਹ ਦਸਤਾਵੇਜ਼ ਤਿਆਰ ਹੋ ਕੇ ਜਦੋਂ ਤਿਆਰ ਹੋ ਜਾਣਗੇ ਫਿਰ ਪੁਲਿਸ ਜਿਹੜੀ ਹੈਗੀ ਹੈ ਉਹ ਇੱਥੇ ਲੈ ਕੇ ਆਏਗੀ ਉਹਨਾਂ ਦਸਤਾਵੇਜ਼ਾਂ ਨੂੰ। ਔਰ ਇੱਥੇ ਜਿਹੜਾ ਪੋਸਟਮਾਰਟਮ ਰੂਮ ਜਿਹੜਾ ਹੈਗਾ ਉੱਥੇ ਇੰਚਾਰਜ ਜਿਹੜੇ ਹੈਗੇ ਉਹਨਾਂ ਨੂੰ ਉਹ ਦਸਤਾਵੇਜ਼ ਦਿੱਤੇ ਜਾਣਗੇ। ਉਹ ਦਸਤਾਵੇਜ਼ ਦੇ ਕੇ ਉਹਨਾਂ ਨੂੰ ਇਹ ਦੱਸਿਆ ਜਾਏਗਾ ਪੁਲਿਸ ਨੂੰ ਜਿਹੜਾ ਲਿਖਤੀ ਤੌਰ ਤੇ ਪੋਸਟਮਾਰਟਮ ਹੋ ਜਾਏਗਾ ਜਾਂ ਫਿਰ ਦੇਰੀ ਹੋ ਸਕਦੀ ਹੈ, ਕਿਉਂਕਿ ਲਾਸ਼ਾਂ ਇੱਥੇ ਮੌਜੂਦ ਨੇ ਔਰ ਤੁਸੀਂ ਦੱਸ ਰਹੇ ਹੋ ਕਿ ਕਾਗਜ਼ੀ ਕਾਰਵਾਈ ਜਿਹੜੀ ਆ ਉਹ ਫੌਰੀ ਤੌਰ ਤੇ ਅਪੀਲ ਦੇ ਆਧਾਰ ਤੇ ਪਹਿਲਾਂ ਪੂਰੀ ਹੋਣੀ ਚਾਹੀਦੀ ਹੈ, ਉਸ ਤੋਂ ਬਾਅਦ ਹੀ ਅੱਗੇ ਦੀ ਕਾਰਵਾਈ ਹੋਏਗੀ। ਬਿਲਕੁਲ ਗੁਰਜੋਤ, ਜਿਹੜੀ ਪੁਲਿਸ ਅਧਿਕਾਰੀਆਂ ਦੇ ਨਾਲ ਸਾਡੀ ਆਫ ਦਾ ਰਿਕਾਰਡ ਜਿਹੜੀ ਪੁਲਿਸ ਸੂਤਰਾਂ ਦੇ ਨਾਲ ਜਿਹੜੀ ਗੱਲਬਾਤ ਹੋਈ ਹੈ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਸਾਨੂੰ ਕਿ ਹਜੇ ਵਕਤ ਲੱਗੇਗਾ, ਪਰ ਪੋਸਟਮਾਰਟਮ ਅੱਜ ਹੋ ਜਾਵੇਗਾ। 2-2.5 ਘੰਟੇ ਲੱਗ ਸਕਦੇ ਨੇ ਹਾਲਾਂਕਿ ਹੋਰ ਪੋਸਟਮਾਰਟਮ ਦੀ ਪ੍ਰਕਿਰਿਆ ਸ਼ੁਰੂ ਹੋਣ ਨੂੰ, ਪਰ ਫਿਲਹਾਲ ਦੀ ਘੜੀ ਜਿਹੜਾ ਹੈਗਾ ਕਿਉਂਕਿ ਇਹ ਸਾਰਾ ਪ੍ਰੋਸੈਸ ਚੱਲ ਰਿਹਾ ਹੈ, ਜੇਕਰ ਪੁਲਿਸ
ਦਾ ਜਿਹੜਾ ਆਪਣੀ ਇੱਕ ਡਿਊਟੀ ਹੈਗੀ ਉਸ ਤੋਂ ਆਊਟ ਆਫ ਦਾ ਵੇ ਵੀ ਨਹੀਂ ਜਾ ਸਕਦੀ। ਜੇਕਰ ਮਨੂ ਕੂਸਾ ਦਾ ਪਰਿਵਾਰ ਜੇਕਰ ਇੱਥੇ ਆ ਰਿਹਾ ਹੈ ਤਾਂ ਉਸ ਦਾ ਇੰਤਜ਼ਾਰ ਕਰਨਾ ਹੋਏਗਾ ਪੁਲਿਸ ਨੂੰ, ਕਿਤੇ ਨਾ ਕਿਤੇ ਇੱਕ ਕਾਨੂੰਨੀ ਪ੍ਰਕਿਰਿਆ ਜਿਹੜੀ ਹੈਗੀ ਹੈ, ਕਿਉਂਕਿ ਕੱਲ ਨੂੰ ਜੇਕਰ ਪੁਲਿਸ ਪੋਸਟਮਾਰਟਮ ਕਰਾ ਦਿੰਦੀ ਹੈ ਔਰ ਬੋਡੀਜ਼ ਜਿਹੜੀ ਹੈਗੀ ਹੈ ਉਸ ਨੂੰ ਆਪਣੇ ਤੌਰ ਤੇ ਜਿਹੜਾ ਹੈਗਾ ਲਾਸਟ ਰਾਈਟਸ ਉਹਦੇ ਜਿਹੜੇ ਹੈਗੇ ਆ ਉਹ ਕੰਪਲੀਟ ਕਰ ਦਿੱਤੇ ਜਾਂਦੇ ਨੇ, ਅੰਤਮ ਸੰਸਕਾਰ ਵਗੈਰਾ ਜੇਕਰ ਕਰ ਦਿੱਤਾ ਜਾਂਦਾ ਹੈ ਔਰ ਬਾਅਦ ਵਿੱਚ ਜੇਕਰ ਕੋਈ ਪਰਿਵਾਰ ਦਾ ਮੈਂਬਰ ਆ ਕੇ ਫਿਰ ਕਲੇਮ ਕਰੇ ਕਿ ਸਾਡੇ ਤੋਂ ਬਿਨਾਂ ਇਜਾਜ਼ਤ ਲਏ ਇਸ ਤਰੀਕੇ ਕੀਤਾ ਗਿਆ ਤਾਂ ਫਿਰ ਪੁਲਿਸ ਦੇ ਲਈ ਸਵਾਲ ਜਿਹੜੇ ਹੈਗੇ ਉਹ ਖੜੇ ਹੋ ਜਾਣਗੇ। ਔਰ ਇਸ ਕੇਸ ਦੇ ਵਿੱਚ ਜਿਸ ਤਰੀਕੇ ਰਾਜੀਵ ਵੀ ਦੱਸ ਰਹੇ ਸੀਗੇ ਕਿ ਫੋਰੈਂਸਿਕ ਟੀਮ ਜਿਹੜੀ ਹੈਗੀ ਉਹ ਹਜੇ ਵੀ ਸਪੌਟ ਤੇ ਹੈਗੀ ਹੈ। ਇਸ ਕੇਸ ਦੇ ਵਿੱਚ ਸਭ ਤੋਂ ਵੱਡਾ ਪਹਿਲੂ ਇਹ ਹੈਗਾ ਕਿ ਹਰ ਚੀਜ਼ ਨੂੰ ਪੁਲਿਸ ਜਾਂਚ ਪਰਖ ਕੇ ਜਿਹੜਾ ਹੈਗਾ ਫਿਰ ਅੱਗੇ ਵਧ ਰਹੀ ਹੈ। ਸਿਰਫ ਇਹ ਨਹੀਂ ਕਿ ਸਿਰਫ ਕਾਰਵਾਈ ਕਰ ਲਈ ਔਰ ਉਸ ਤੋਂ ਬਾਅਦ ਜਿਹੜਾ ਹੈਗਾ ਐਕਸ਼ਨ ਜਿਹੜਾ ਹੈਗਾ ਉਹ ਕੰਪਲੀਟ ਹੋ ਗਿਆ, ਇਹ ਨਹੀਂ, ਦਸਤਾਵੇਜ਼ੀ ਤੌਰ ਤੇ ਯਾਨੀ ਪੁਲਿਸ ਆਪਣਾ ਇੱਕ ਸਟੈਪ ਜਿਹੜਾ ਹੈਗਾ ਉਸ ਨੂੰ ਮਜ਼ਬੂਤੀ ਦੇ ਨਾਲ ਪੁਖਤਾ ਤੌਰ ਤੇ ਜਿਹੜਾ ਹੈਗਾ ਉਸ ਸਟੈਪ ਨੂੰ ਰੱਖ ਰਹੀ ਹੈ ਤਾਂ ਕਿ ਕੱਲ ਨੂੰ ਜੇਕਰ ਕਿਤੇ ਵੀ ਪੁਲਿਸ ਦੇ ਸਾਹਮਣੇ ਸਵਾਲ ਖੜਾ ਕੀਤਾ ਜਾਵੇ ਤਾਂ ਪੁਲਿਸ ਦੇ ਕੋਲ ਉਸ ਦਾ ਦਸਤਾਵੇਜ਼ੀ ਤੌਰ ਤੇ ਜਵਾਬ ਹੋਵੇ। ਸੋ ਇਹ ਆਪਣੇ ਆਪ ਵਿੱਚ ਇੱਕ ਜਿਹੜਾ ਪ੍ਰੋਸੈਸ ਦਾ ਪਾਰਟ ਹੈਗਾ, ਪਰ ਪ੍ਰੋਸੈਸ ਨੂੰ ਟਾਈਮ ਕਿਤੇ ਨਾ ਕਿਤੇ ਲੱਗ ਰਿਹਾ ਹੈ। ਗੁਰਜੋਤ ਜੀ ਬਿਲਕੁਲ ਕਹਿ ਸਕਦੇ ਹਾਂ ਕਿ ਬਰੀਕੀ ਦੇ ਨਾਲ ਜਿੱਥੇ ਕਾਰਵਾਈ ਹੋ ਰਹੀ ਹੈ, ਬਰੀਕੀ ਦੇ ਨਾਲ ਉੱਥੇ ਜਾਂਚ ਵੀ ਹੋ ਰਹੀ ਹੈ। ਤਾਂ ਸਾਰੀ ਰਿਪੋਰਟ ਹਾਰੇ ਦੇ ਵਿੱਚ ਡੀਜੀਪੀ ਗੌਰਵ ਯਾਦਵ ਦੀ ਅਗਵਾਈ ਦੇ ਵਿੱਚ ਜੋ ਪੁਲਿਸ ਟੀਮ ਗਈ ਸੀ ਸੀਐਮ ਭਗਵੰਤ ਮਾਨ ਉਹਨਾਂ ਦੇ ਨਾਲ ਮੀਟਿੰਗ ਕਰਨ, ਤਾਂ ਉਹਨਾਂ ਨੂੰ ਵੀ ਸੌਂਪ ਕੇ ਆਈ ਹੈ। ਯਾਨੀ ਕਿ ਪੂਰੀ ਅੱਖ ਨਜ਼ਰ ਜਿਹੜੀ ਹੈ ਉਹ ਰੱਖੀ ਹੋਈ ਹੈ ਸੀਐਮ ਭਗਵੰਤ ਮਾਨ ਉਹਨਾਂ ਨੇ ਔਰ ਸਰਕਾਰ ਜਿਹੜੀ ਹੈ ਸਾਰੇ ਮਾਮਲੇ ਨੂੰ ਵੇਖ ਰਹੀ ਹੈ, ਕਿਉਂਕਿ ਸਿੱਧੇ ਤੌਰ ਤੇ ਮਾਮਲਾ ਹਰ ਇੱਕ ਇਸ ਵੇਲੇ ਨਜ਼ਰ ਵਿੱਚ ਹੈ ਹਰ ਇੱਕ ਦੀ ਔਰ ਸਭ ਵੇਖ ਰਹੇ ਨੇ ਕਿ ਆਖਰਕਾਰ ਕੀ ਕਾਰਵਾਈ ਚੱਲ ਰਹੀ ਹੈ। ਰਾਜੀਵ ਜ਼ਿਕਰ ਕਰਾਂਗੇ ਉਸ AK-47 ਦਾ ਜੋ ਬਰਾਮਦ ਹੋਈ ਹੈ। ਪੁਲਿਸ ਦਾ ਕਹਿਣਾ ਹੈ, ਡੀਜੀਪੀ ਗੌਰਵ ਯਾਦਵ ਦਾ ਕਹਿਣਾ ਕਿ ਬਹੁਤ ਹੀ ਜ਼ਿਆਦਾ ਹਾਈ ਇੱਥੇ ਚਾਂਸਸ ਨਜ਼ਰ ਆ ਰਹੇ ਨੇ ਕਿ ਉਹੀਓ ਇਹ ਰਾਈਫਲ ਹੈ ਜਿਹਦੇ ਨਾਲ ਇਹ ਸਾਰਾ ਕਤਲकांड ਨੂੰ ਅੰਜਾਮ ਦਿੱਤਾ ਗਿਆ। ਕਹਿ ਲਈਏ ਕਿ ਮਨੂ ਕੂਸਾ ਦੇ ਵੱਲੋਂ ਜਿਹੜੀਆਂ ਗੋਲੀਆਂ ਨੇ ਉਹ ਸਿੱਧੂ ਮੂਸੇਵਾਲਾ ਦੇ ਮਾਰੀਆਂ ਗਈਆਂ। ਤਾਂ ਕੁੱਲ ਮਿਲਾ ਕੇ ਕੀ ਮੰਨਿਆ ਜਾਵੇ ਔਰ ਇਹ ਵੀ ਜਾਣਕਾਰੀ ਚਾਹਾਂਗੇ ਕਿਉਂਕਿ ਤੁਸੀਂ ਉੱਥੇ ਮੌਕੇ ਤੇ ਮੌਜੂਦ ਹੋ, ਕਿਉਂਕਿ ਇਸੇ ਵੇਲੇ ਐਨਕਾਊਂਟਰ ਚੱਲ ਰਿਹਾ ਸੀ, ਕੱਲ 24 ਘੰਟੇ ਹੋਣ ਵਾਲੇ ਨੇ, ਤਾਂ ਕਿਸ ਤਰ੍ਹਾਂ ਦਾ ਸੀਨ ਆਫ ਐਨਕਾਊਂਟਰ ਸੀ, ਥੋੜਾ ਜਿਹਾ ਆਪਣੀ ਜ਼ੁਬਾਨੀ ਜ਼ਰੂਰ ਦੱਸੋ। ਜੀ ਬਿਲਕੁਲ, ਜਿੱਥੋਂ ਤੱਕ AK-47 ਦਾ ਸਵਾਲ ਹੈ ਤਾਂ ਜਦੋਂ ਇਸ ਦੀ ਬਰਾਮਦਗੀ ਦੀ ਜਾਣਕਾਰੀ ADGP ਵੱਲੋਂ ਦਿੱਤੀ ਗਈ ਤਾਂ ਪਹਿਲਾ ਸਵਾਲ ਇਹ ਸੀ ਕਿ ਆਖਿਰਕਾਰ ਇਹ ਉਹੀ AK-47 ਤਾਂ ਨਹੀਂ ਹੈ ਜਿਹੜੀ ਸਿੱਧੂ ਮੂਸੇਵਾਲਾ ਦੇ ਕਤਲ ਦੇ ਵਿੱਚ ਵਰਤੀ ਗਈ ਹੈ। ਤਾਂ ਇਸ ਨੂੰ ਲੈ ਕੇ ਕੱਲ ADGP ਨੇ ਕਿਹਾ ਸੀ ਕਿ ਇਹ ਜਾਂਚ ਕੀਤੀ ਜਾਏਗੀ ਔਰ ਫੋਰੈਂਸਿਕ ਜਾਂਚ ਦਾ ਇਹ ਹਿੱਸਾ ਹੈ। ਉਸ ਦੇ ਉੱਪਰ ਜਿਹੜੇ ਫਿੰਗਰਪ੍ਰਿੰਟ ਨੇ ਉਹ ਲਏ ਜਾ ਰਹੇ ਨੇ ਔਰ ਇਸ ਦੇ ਨਾਲ ਹੀ ਅੱਜ ਜੋ ADGP ਤੋਂ ਬਾਅਦ DCP ਡਿਟੈਕਟਿਵ ਜੋ ਅੰਮ੍ਰਿਤਸਰ ਦੇ ਨੇ ਤਾਂ ਉਹਨਾਂ ਨੇ ਇਹ ਗੱਲ ਦੱਸੀ ਸੀ ਕਿ ਜਿਹੜੀ ਟੀਮ ਨੇ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਜਾਂਚ ਕੀਤੀ ਸੀ ਉਹੀ ਫੋਰੈਂਸਿਕ ਟੀਮ ਇੱਥੇ ਪਹੁੰਚੀ ਹੈ। ਤਾਂ ਲਾਜ਼ਮੀ ਤੌਰ ਤੇ ਇਹ ਪਤਾ ਕਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਕਿ ਇਹ ਉਹੀ ਵੈਪਨ ਨੇ ਜਿਹੜੇ ਉਸ ਵੇਲੇ ਇਸਤੇਮਾਲ ਕੀਤੇ ਗਏ। ਔਰ ਜਿੱਥੋਂ ਤੱਕ ਸਵਾਲ ਕੱਲ ਇਸ ਵੇਲੇ ਦਾ ਤਾਂ ਮੈਂ ਦੱਸਣਾ ਚਾਹੂੰਗਾ ਕਿ ਇਸ ਵੇਲੇ ਆਪਣੇ ਕੈਮਰਾਮੈਨ ਨੂੰ ਕਹੂੰਗਾ ਕਿ ਜਿੱਥੇ ਖੇਤਾਂ ਦੇ ਵਿੱਚ ਘਰ ਨਜ਼ਰ ਆ ਰਿਹਾ, ਜਿੱਥੇ ਹੁਣ 2 ਤੋਂ 3 ਪੁਲਿਸ ਮੁਲਾਜ਼ਮ ਜਿਹੜੇ ਬਾਹਰ ਬੈਠੇ ਨਜ਼ਰ ਆ ਰਹੇ ਨੇ ਔਰ ਇਹ ਇੱਕ ਜਿਹੜਾ ਕੱਚਾ ਰਸਤਾ ਨਜ਼ਰ ਆ ਰਿਹਾ ਤੁਹਾਨੂੰ ਉਸ ਘਰ ਵਾਲੇ ਪਾਸੇ ਜੋ ਜਾਂਦਾ ਦਿਖਾਈ ਦੇ ਰਿਹਾ। ਮੈਂ ਇੱਥੇ ਦੱਸਣਾ ਚਾਹੁੰਦਾ ਕਿ ਇਸ ਰਸਤੇ ਤੋਂ ਜਿੱਥੇ ਘਰ ਹੈ ਇਸ ਤੋਂ ਅੱਗੇ ਰਸਤਾ ਬੰਦ ਹੈ। ਤਾਂ ਇਹ ਰਸਤਾ ਜਿਹੜਾ ਕੱਲ ਦੀਆਂ ਜਿਹੜੀਆਂ ਅਸੀਂ ਤਸਵੀਰਾਂ ਦਿਖਾਈਆਂ ਸੀ, ਇਸੇ ਰਸਤੇ ਤੇ ਜਿਹੜੀਆਂ ਪੁਲਿਸ ਦੀਆਂ ਬਖਤਰਬੰਦ ਗੱਡੀਆਂ ਨੇ ਜਾਂ ਫਿਰ ਜਿਹੜੀਆਂ ਅਸੀਂ ਕਹੀਏ ਕਿ ਬੁਲਟ ਪ੍ਰੂਫ ਗੱਡੀਆਂ ਸੀ, ਜਿਹੜੀਆਂ ਅਕਸਰ ਅਸੀਂ ਜਦੋਂ ਲਾਰੈਂਸ ਬਿਸ਼ਨੋਈ ਜਾਂ ਜੱਗੂ ਭਗਵਾਨਪੁਰੀਏ ਦੀ ਪੇਸ਼ੀ ਦੇ ਦੌਰਾਨ ਦੇਖਦੇ ਹਾਂ ਜਾਂ ਕੋਈ VVIP ਜਦੋਂ ਮੂਵਮੈਂਟ ਹੁੰਦੀ ਹੈ ਤਾਂ ਉਹ ਗੱਡੀਆਂ ਜਿਹੜੀਆਂ ਤਾਂ ਉਹ ਇੱਥੇ ਪਹੁੰਚੀਆਂ ਸੀ। ਇਸ ਵੇਲੇ ਰਸਤਾ ਤੁਸੀਂ ਦੇਖ ਸਕਦੇ ਹੋ ਕਿ ਪੂਰੀ ਤਰ੍ਹਾਂ ਖਾਲੀ ਹੈ। ਇਸ ਤੋਂ ਇਲਾਵਾ ਜੋ ਮੱਕੀ ਦੇ ਖੇਤ ਨਜ਼ਰ ਆ ਰਹੇ ਨੇ, ਕੱਲ ਵੀ ਜਦੋਂ ਐਨਕਾਊਂਟਰ ਚੱਲ ਰਿਹਾ ਸੀ ਤਾਂ ਇਹ ਖੇਤ ਬਿਲਕੁਲ ਇਸੇ ਤਰ੍ਹਾਂ ਖਾਲੀ ਨਜ਼ਰ ਆ ਰਹੇ ਸੀ, ਪਰ ਜਿੱਦਾਂ ਹੀ ਇਹ ਘਰ ਦੀ ਜਿਹੜੀ ਛੱਤ ਹੈ ਉੱਥੇ ਕੁਝ ਕਮਾਂਡੋ ਪਹੁੰਚਦੇ ਨੇ ਕਾਲੀ ਵਰਦੀ ਦੇ ਵਿੱਚ ਔਰ ਉਹਨਾਂ ਵੱਲੋਂ ਹੱਥ ਹਿਲਾ ਕੇ ਇਸ਼ਾਰਾ ਕੀਤਾ ਜਾਂਦਾ ਕਿ ਆਪਰੇਸ਼ਨ ਜੋ ਹੈ ਉਹ ਕੰਪਲੀਟ ਹੋ ਚੁੱਕਿਆ, ਯਾਨੀ ਕਿ ਦੋਵੇਂ ਜਿਹੜੇ ਗੈਂਗਸਟਰ ਉਹਨਾਂ ਨੂੰ ਮਾਰ ਦਿੱਤਾ ਗਿਆ। ਉਸ ਤੋਂ ਬਾਅਦ ਖੇਤਾਂ ਦੇ ਵਿੱਚ ਇੱਕ ਤੋਂ ਬਾਅਦ ਇੱਕ ਜਿਹੜੇ ਪੁਲਿਸ ਮੁਲਾਜ਼ਮ ਜਦੋਂ ਨਿਕਲਦੇ ਨੇ ਤਾਂ ਫਿਰ ਇਹ ਕਹਾਣੀ ਸਮਝ ਆਉਂਦੀ ਹੈ ਕਿ ਇਸ ਆਪਰੇਸ਼ਨ ਦੇ ਵਿੱਚ 2, 4, 5 ਜਾਂ 10 ਨਹੀਂ ਬਲਕਿ ਸੈਂਕੜਿਆਂ ਦੇ ਹਿਸਾਬ ਦੇ ਨਾਲ ਜਿਹੜੇ ਪੁਲਿਸ ਮੁਲਾਜ਼ਮ ਨੇ ਉਹ ਮੌਜੂਦ ਸੀ। ਤਾਂ ਹਾਲਾਂਕਿ ਤਸਵੀਰਾਂ ਦੇ ਵਿੱਚ ਅਸੀਂ ਜ਼ਰੂਰ ਦਿਖਾਇਆ ਕਿ ਘਰ ਦੇ ਬਾਹਰ ਇੱਕ ਟਰਾਲੀ ਲੱਗੀ ਹੋਈ ਸੀ ਔਰ ਉਸ ਟਰਾਲੀ ਦੇ ਬਿਲਕੁਲ ਹੇਠਾਂ ਜਿਹੜੇ ਕਮਾਂਡੋ ਨੇ ਉਹ ਆਪਣੀ ਕਾਰਵਾਈ ਕਰਦੇ ਹੋਏ ਦਿਖਾਈ ਦੇ ਰਹੇ ਸੀ। ਉਹਨਾਂ ਵੱਲੋਂ ਲਗਾਤਾਰ ਇਸ ਘਰ ਦੀਆਂ ਕੰਧਾਂ ਵਾਲੇ ਪਾਸੇ ਜਿੱਥੇ ਫਾਇਰਿੰਗ ਕੀਤੀ ਜਾ ਰਹੀ ਸੀ, ਨਾਲ ਦੀ ਨਾਲ ਗ੍ਰੇਨੇਡ ਦੇ ਨਾਲ ਵੀ ਜਾਣਕਾਰੀ ਮਿਲੀ ਸੀ ਕਿ ਉਹਨਾਂ ਵੱਲੋਂ ਇਸ ਥਾਂ ਦੇ ਉੱਪਰ ਅਟੈਕ ਕੀਤਾ ਗਿਆ, ਕਿਉਂਕਿ ਉਹਨਾਂ ਨੂੰ ਇਹ ਜਾਣਕਾਰੀ ਸੀ ਕਿ ਜਿਹੜੇ ਗੈਂਗਸਟਰ ਨੇ ਉਹ ਇਸ ਘਰ ਦੇ ਕਿਸ ਹਿੱਸੇ ਦੇ ਵਿੱਚ ਉਹਨਾਂ ਦੀ ਜਿਹੜੀ ਮੂਵਮੈਂਟ ਹੈ, ਕਿਸ ਜਗ੍ਹਾ ਤੋਂ ਉਹਨਾਂ ਵੱਲੋਂ ਫਾਇਰਿੰਗ ਕੀਤੀ ਜਾ ਰਹੀ। ਪਰ ਇਸ ਵੇਲੇ ਤਸਵੀਰ ਬਿਲਕੁਲ ਵੱਖਰੀ ਹੈ ਔਰ
ਕੱਲ ਦੇ ਐਨਕਾਊਂਟਰ ਤੋਂ ਪਹਿਲਾਂ ਵੀ ਇਸ ਤਰੀਕੇ ਜੀ। ਦੀ ਹੀ ਤਸਵੀਰ ਸ਼ਾਂਤਮਈ ਇਲਾਕਾ ਹੈ ਔਰ ਲੋਕਾਂ ਦਾ ਕਹਿਣਾ ਕਿ ਕਦੇ ਵੀ ਉਹਨਾਂ ਨੇ ਇਹ ਨਹੀਂ ਸੀ ਸੋਚਿਆ ਕਿ ਇਸ ਤਰੀਕੇ ਦਾ ਕੋਈ ਐਨਕਾਊਂਟਰ ਉਹਨਾਂ ਦੇ ਇਲਾਕੇ ਦੇ ਵਿੱਚ ਹੋਏਗਾ। ਬਿਲਕੁਲ ਤਾਂ ਇਸ ਵੇਲੇ ਹੁਣ ਵੀ ਤੁਸੀਂ ਕਹਿ ਦੇਖ ਸਕਦੇ ਆ ਹੋ ਰਾਜੀਵ ਕਿ ਕੁਝ ਦੇਰ ਪੁਲਿਸ ਪਹਿਲਾਂ ਕਿਸੇ ਵੀ ਤਰ੍ਹਾਂ ਦੇ ਨਾਲ ਇਸ ਮੌਕੇ ਨੂੰ ਸੰਵੇਦਨਸ਼ੀਲ ਤਰੀਕੇ ਦੇ ਨਾਲ ਵੇਖ ਰਹੀ ਹੈ ਔਰ ਕੋਈ ਵੀ ਇੱਥੇ ਅਣਗਹਿਲੀ ਕਰਨ ਦੀ ਕੋਈ ਵੀ ਜਿਹੜੀ ਹੈ ਉਹ ਚਾਂਸਸ ਨਹੀਂ ਲੱਗ ਰਹੇ, ਕਿਉਂਕਿ ਪੂਰੀ ਤਰ੍ਹਾਂ ਦੇ ਨਾਲ ਬਰੀਕੀ ਦੇ ਨਾਲ ਜਾਂਚ ਕਰ ਰਹੀ ਹੈ। ਜਿਵੇਂ ਜ਼ਿਕਰ ਕਰ ਰਹੇ ਸੀ ਗੌਰਵ ਵੀ, ਜ਼ਿਕਰ ਕਰ ਰਹੇ ਸੀ ਗਗਨਦੀਪ ਵੀ, ਮਾਫ ਕਰਿਓ। ਸੋ ਕੁੱਲ ਮਿਲਾ ਕੇ ਇਸ ਵੇਲੇ ਤਸਵੀਰਾਂ ਜਿਹੜੀਆਂ ਨੇ ਲਗਾਤਾਰ ਅਸੀਂ ਦਰਸ਼ਕਾਂ ਤੱਕ ਪਹੁੰਚਾ ਰਹੇ। ਬਹੁਤ ਬਹੁਤ ਸ਼ੁਕਰੀਆ ਗਗਨ ਤੁਹਾਡਾ ਵੀ ਤੇ ਰਾਜੀਵ ਤੁਹਾਡਾ ਵੀ ਧੰਨਵਾਦ ਹੈ ਇਹ तमाम ਤਸਵੀਰਾਂ ਵਿਖਾਉਣ ਦੇ ਲਈ। ਔਰ ਲਗਾਤਾਰ ਐਨਕਾਊਂਟਰ ਤੇ ਨਾਨ ਸਟਾਪ ਕਵਰੇਜ ਚੱਲ ਰਹੀ ਹੈ। ਤਾਂ ਫਿਲਹਾਲ ਇੱਕ ਬ੍ਰੇਕ ਲੈਣੇ ਆ, ਜਲਦੀ ਵਾਪਸ ਆਉਂਗੇ।